ना गुरारे मन मुख मन मुख जी बंदियानो मन मुख जी बंदियानो मन मुख जी बंदियानो भज के दुख जी ओ चंगी लगे नाथुरां दी बाणी मन मुख दी बाणी मन मुख बंदे लगे नाथुरां दी बाणी
ਜੈ ਜੈਕਾਰ ਉਹਨਾਂ ਦੀ ਹੋਵੇ ਜਿਨ੍ਹਾਂ ਦੇ ਹਿਰਦੇ ਰੱਬ ਵਸਿਆ। ਜੈ ਜੈਕਾਰ ਉਹਨਾਂ ਦੀ ਹੋਵੇ ਜੀ ਜਿਨ੍ਹਾਂ ਦੇ ਹਿਰਦੇ ਰੱਬ ਵਸਿਆ। ਜੈ ਜੈਕਾਰ ਉਹਨਾਂ ਦੀ ਹੋਵੇ ਜੀ ਜਿਨ੍ਹਾਂ ਦੇ ਹਿਰਦੇ ਰੱਬ ਵਸਿਆ। ਜੈ ਜੈਕਾਰ ਉਹਨਾਂ ਜੈ ਜੈਕਾਰ ਉਹਨਾਂ ਦੀ ਹੋਵੇ ਜਿਨ੍ਹਾਂ ਦੇ ਹਿਰਦੇ ਰੱਬ ਵਸਿਆ। ਜੈ ਜੈਕਾਰ ਉਹਨਾਂ ਦੀ ਹੋਵੇ ਜਿਨ੍ਹਾਂ ਦੇ ਹਿਰਦੇ ਰੱਬ ਵਸਿਆ। ਜੈ ਜੈਕਾਰ ਉਹਨਾਂ ਦੀ ਹੋਵੇ ਜੀ ਜਿਨ੍ਹਾਂ ਦੇ ਹਿਰਦੇ ਰੱਬ ਵਸਿਆ। ਜੈ ਜੈਕਾਰ ਉਹਨਾਂ ਦੀ ਹੋਵੇ ਜਿਨ੍ਹਾਂ ਦੇ ਹਿਰਦੇ ਰੱਬ ਓ ਜੈ ਜੈਕਾਰ ਉਹਨਾਂ ਦੀ ਹੋਵੇ। ਮਹਾਰਾਜ ਜੀ ਕਹਿੰਦੇ ਗੁਰਮੁਖ ਪਿਆਰਿਓ ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ। ਜਿਹਦੇ ਮਨ ਦੇ ਵਿੱਚ ਤਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸ ਗਿਆ ਨਾ ਉਹਨਾਂ ਦੀ ਜੈ ਜੈਕਾਰ ਹੋਣ ਲੱਗ ਜਾਂਦੀ। ਆਖੋ ਸਤਨਾਮ। ਹੁਣ ਭਗਤ ਰਵਿਦਾਸ ਮਹਾਰਾਜਿਆਂ ਦੀ ਸਾਰੇ ਪਾਸੇ ਜੈ ਜੈਕਾਰ ਹੋਣ ਲੱਗੀ। ਸਾਰੇ ਪਾਸੇ ਜੈ ਜੈਕਾਰ ਹੋਣ ਲੱਗੀ। ਜਦੋਂ ਚੜ੍ਹਦੀ ਕਲਾ ਹੋਣ ਲੱਗੀ ਨਾ ਉੱਥੇ ਗੁਰਮੁਖ ਪਿਆਰਿਓ ਈਰਖਾਲੂ ਵੀ ਪੈਦਾ ਹੋ ਗਏ। ਆਖੋ ਸਤਨਾਮ। ਵਾਹਿਗੁਰੂ ਜੀ। ਜਿੰਨੀ ਜਿੰਨੀ ਭਗਤ ਰਵਿਦਾਸ ਮਹਾਰਾਜਿਆਂ ਦੀ ਚੜ੍ਹਦੀ ਕਲਾ ਹੁੰਦੀ ਗਈ ਨਾ ਤਾਂ ਗੁਰਮੁਖ ਪਿਆਰੇ ਓਨੀ ਈਰਖਾਲੂ ਈਰਖਾ ਕਰਨ ਵਾਲੇ ਵੀ ਨਾਲ ਦੀ ਨਾਲ ਪੈਦਾ ਹੋ ਗਏ। ਹੁਣ ਭਗਤ ਰਵਿਦਾਸ ਮਹਾਰਾਜ ਜੀ ਬੰਦਗੀ ਕਰਦੇ ਨੇ। ਜਿਹੜਾ ਬੰਦਗੀ ਕਰਦਾ ਉਹਦੀ ਚੜ੍ਹਦੀ ਕਲਾ ਹੁੰਦੀ ਆ। ਜਿਹੜੇ ਸਮੇਂ ਦੇ ਪੰਡਤ ਲੋਕ ਸੀ ਨਾ ਉਹ ਭਗਤ ਰਵਿਦਾਸ ਜੀ ਦੇ ਨਾਲ ਈਰਖਾ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਜਾ ਕੇ ਰਾਜੇ ਦੇ ਕੋਲ ਸ਼ਿਕਾਇਤ ਕਰ ਦਿੱਤੀ। ਕਹਿੰਦੇ ਰਾਜਾ ਇਹ ਨੀਚ ਜਾਤੀ ਦੇ ਹਨ, ਸ਼ੂਦਰ ਨੇ, ਇਹਨਾਂ ਨੂੰ ਕੋਈ ਅਧਿਕਾਰ ਨਹੀਂ ਹੈ, ਇਹਨਾਂ ਨੂੰ ਕੋਈ ਵੀ ਅਧਿਕਾਰ ਨਹੀਂ ਹੈ। ਅਸੀਂ ਉੱਚੀ ਜਾਤੀ ਦੇ ਲੋਕ ਆ, ਸਾਨੂੰ ਪੂਜਾ ਕਰਨ ਦਾ ਅਧਿਕਾਰ ਆ। ਇਹ ਰਵਿਦਾਸ ਹੈ, ਇਹ ਨੀਵੀਂ ਜਾਤੀ ਦਾ ਹੈ, ਇਹਨਾਂ ਨੂੰ ਕੋਈ ਅਧਿਕਾਰ ਨਹੀਂ ਹੈ। ਤਾਂ ਗੁਰਮੁਖ ਪਿਆਰਿਓ ਜਿਹੜਾ ਰਾਜਾ ਸੀ ਨਾ
ਇੱਕ ਤੀਰ ਦੇ ਨਾਲ ਦੋ ਸ਼ਿਕਾਰ ਕਰਨਾ ਚਾਹੁੰਦਾ ਸੀ। ਇੱਕ ਤਾਂ ਰਾਜਾ ਇਹ ਚਾਹੁੰਦਾ ਸੀ ਵੀ ਪਤਾ ਲੱਗ ਜਾਵੇ ਕਿਹੜਾ ਅਸਲੀ ਭਗਤੀ ਕਰਨ ਵਾਲਾ ਤੇ ਕਿਹੜਾ ਨਕਲੀ ਭਗਤੀ ਕਰਦਾ, ਤੇ ਦੂਸਰਾ ਜੋ ਮੂਰਤੀ ਪੂਜਾ ਹੈ ਇਹ ਬੰਦ ਹੋ ਜਾਣੀ ਚਾਹੀਦੀ ਆ। ਇੱਕ ਦਿਨ ਕੀ ਕੀਤਾ ਗੁਰਮੁਖ ਪਿਆਰਿਓ, ਰਾਜੇ ਨੇ ਢੰਡੋਰਾ ਫਰਾ ਦਿੱਤਾ, ਪੰਡਤਾਂ ਨੂੰ ਵੀ ਕਹਿ ਦਿੱਤਾ ਆਪੋ ਆਪਣੀਆਂ ਮੂਰਤੀਆਂ ਲੈ ਕੇ, ਤੇ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀਆਂ ਨੂੰ ਵੀ ਕਹਿ ਦਿੱਤਾ ਤੁਸੀਂ ਆਪਣੀਆਂ ਮੂਰਤੀਆਂ ਲੈ ਕੇ ਕੱਲ ਨੂੰ ਗੰਗਾ ਦੇ ਕਿਨਾਰੇ ਤੇ ਪਹੁੰਚ ਜਾਣਾ ਹੈ। ਤਾਂ ਗੁਰਮੁਖ ਪਿਆਰਿਓ, ਗੰਗਾ ਦੇ ਕਿਨਾਰੇ ਦੇ ਉੱਤੇ ਭਗਤ ਰਵਿਦਾਸ ਮਹਾਰਾਜ ਜੀ ਆਪਣੀਆਂ ਮੂਰਤੀਆਂ ਲੈ ਕੇ ਪਹੁੰਚੇ, ਔਰ ਉੱਥੇ ਹੀ ਪੰਡਤ ਲੋਕ ਆਪਣੀਆਂ ਮੂਰਤੀਆਂ ਲੈ ਕੇ ਪਹੁੰਚੇ। ਸਾਰੇ ਨਗਰ ਦਾ ਬੜਾ ਭਾਰੀ ਇਕੱਠ ਹੋਇਆ। ਗੰਗਾ ਦੇ ਦੂਸਰੇ ਬੰਨੇ ਗੁਰਮੁਖ ਪਿਆਰਿਓ ਮੂਰਤੀਆਂ ਰੱਖ ਦਿੱਤੀਆਂ, ਤੇ ਦੂਸਰੇ ਬੰਨੇ ਰਾਜਾ ਸਤਿਗੁਰੂ ਰਵਿਦਾਸ ਜੀ ਮਹਾਰਾਜ, ਪੰਡਤ ਲੋਕ ਤੇ ਆਪਣੇ ਵਰਗੇ ਦੇਖਣ ਵਾਲੇ ਲੋਕ ਕਹਿੰਦੇ ਦੇਖਾਂਗੇ ਵੀ ਅੱਜ ਪੱਥਰ ਦੀਆਂ ਮੂਰਤੀਆਂ ਕਿਵੇਂ ਪਾਣੀ ਤੇ ਤਰਨਗੀਆਂ। ਸਤਿਗੁਰੂ ਦੀ ਬਾਣੀ ਦੱਸਦੀ ਆ ਗੁਰਮੁਖ ਪਿਆਰਿਓ, ਮਹਾਰਾਜ ਜੀ ਕਹਿੰਦੇ ਪੱਥਰ ਕਿਸੇ ਕੀ ਫਰਿਆਦ ਨਹੀਂ ਸੁਣਤਾ। ਸਤਿਗੁਰੂ ਜੀ ਕਹਿੰਦੇ ਜੋ ਪੱਥਰ ਕੀ ਪਾਈ ਪਾਏ ਤਿਸ ਕੀ ਕਾਲ ਅਜਾਈ ਜਾਏ। ਜਿਹੜੇ ਪੱਥਰਾਂ ਨੂੰ ਪੂਜਦੇ ਨੇ ਨਾ, ਕਹਿੰਦੇ ਉਹਨਾਂ ਦੀ ਸੇਵਾ, ਉਹਨਾਂ ਦੀ ਕਾਲ, ਉਹਨਾਂ ਦੀ ਭਗਤੀ, ਉਹ ਜਿਹੜਾ ਸਮਾਂ ਮਹਾਰਾਜ ਜੀ ਕਹਿੰਦੇ ਵਿਅਰਥ ਜਾਂਦਾ ਹੈ। ਆਖੋ ਸਤਿਨਾਮ ਵਾਹਿਗੁਰੂ ਜੀ। ਅੱਜ ਗੁਰਮੁਖ ਪਿਆਰਿਓ ਬੜਾ ਇਕੱਠ ਹੋਇਆ, ਚਾਰ ਸਪੇਰੇ ਦੇਖਣ ਵਾਲੇ ਬੜੇ ਪਹੁੰਚੇ ਵੀ ਦੇਖਾਂਗੇ ਅੱਜ ਮੂਰਤੀਆਂ ਕਿਵੇਂ ਗੰਗਾ ਦੇ ਵਿੱਚ ਤਰਨਗੀਆਂ। ਪਰ ਐਸਾ ਕਦੇ ਦੇਖਿਆ ਨਹੀਂ ਵੀ ਗੰਗਾ ਦੇ ਵਿੱਚ, ਪਾਣੀ ਦੇ ਵਿੱਚ, ਜਲ ਦੇ ਵਿੱਚ ਕਦੇ ਪੱਥਰ ਦੀ ਮੂਰਤੀਆਂ ਵੀ ਤਰਦੀਆਂ ਹੋਣ। ਮਹਾਰਾਜ ਜੀ ਕਹਿੰਦੇ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਆਖੋ ਸਤਿਨਾਮ ਵਾਹਿਗੁਰੂ ਜੀ। ਜਦੋਂ ਸਤਿਗੁਰ ਦੀ ਰਹਿਮਤ ਹੋ ਜਾਂਦੀ ਆ, ਬੈਠੋ ਟਿਕੇ, ਜਦੋਂ ਸਤਿਗੁਰ ਦੀ ਮਿਹਰ ਹੋ ਜਾਂਦੀ ਆ, ਕਿਰਪਾ ਹੋ ਜਾਂਦੀ ਆ, ਤਾਂ ਗੁਰਮੁਖ ਪਿਆਰਿਓ ਪੱਥਰ ਵੀ ਤਰ ਜਾਂਦੇ ਨੇ। ਆਖੋ ਸਤਿਨਾਮ ਵਾਹਿਗੁਰੂ ਜੀ। ਪੱਥਰ ਵੀ ਤਰ ਜਾਂਦੇ ਨੇ ਜਦੋਂ ਕਿਰਪਾ ਹੋ ਜਾਵੇ ਸਤਿਗੁਰੂ ਦੀ। ਜੇ ਕਿਰਪਾ ਨਾ ਹੋਵੇ ਨਾ, ਫਿਰ ਨਹੀਂ ਗੁਰਮੁਖ ਪਿਆਰਿਓ ਗੱਲ ਬਣਦੀ। ਸਤਿਗੁਰੂ ਦੀ ਰਹਿਮਤ ਹੋ ਜਾਏ। ਹੁਣ ਜਦੋਂ ਇੱਕ ਪਾਸੇ ਮੂਰਤੀਆਂ ਰੱਖੀਆਂ ਗਈਆਂ, ਦੂਸਰੇ ਪਾਸੇ ਸਾਰੇ ਬੈਠੇ ਨੇ, ਤਾਂ ਗੁਰਮੁਖ ਪਿਆਰਿਓ ਰਾਜਾ ਕਹਿਣ ਲੱਗਾ ਪੰਡਤਾਂ ਨੂੰ, ਕਹਿੰਦੇ ਪੰਡਤ ਲੋਗੋ ਪਹਿਲਾਂ ਵਾਰੀ ਤੁਹਾਡੀ ਆ। ਜੇ ਤੁਸੀਂ ਸੱਚਾ ਪ੍ਰੇਮ ਕਰਦੇ ਹੋ, ਜੇ ਤੁਸੀਂ ਭਗਤੀ ਕਰਦੇ ਹੋ, ਬੰਦਗੀ ਕਰਦੇ ਹੋ, ਤੁਹਾਡੀਆਂ ਮੂਰਤੀਆਂ ਚੱਲ ਕੇ ਤੁਹਾਡੇ ਕੋਲ ਆ ਜਾਣਗੀਆਂ। ਪੜੋ ਮੰਤਰ ਸੰਤਰ। ਪੰਡਤ ਲੋਕ ਗੁਰਮੁਖ ਪਿਆਰੇ ਜਿਉਂ ਲੱਗੇ ਮੰਤਰ ਪੜਨ, ਮੰਤਰ ਤੇ ਮੰਤਰ ਬੇਨਤੀਆਂ ਕਰਦੇ ਆ, ਪਰ ਗੱਲ ਨਹੀਂ ਬਣੀ। ਆਖੋ ਸਤਿਨਾਮ ਵਾਹਿਗੁਰੂ ਜੀ। ਗੱਲ ਨਹੀਂ ਬਣੀ। ਬੜਾ ਜ਼ੋਰ ਲਾਇਆ, ਕਹਿੰਦੇ ਜੀ ਸਾਡੇ ਹੱਥ ਖੜੇ ਨੇ, ਹੁਣ ਸਾਡੇ ਵਾਸ ਦੀ ਗੱਲ ਨਹੀਂ। ਫਿਰ ਬੇਨਤੀ ਕੀਤੀ ਸਤਿਗੁਰੂ ਰਵਿਦਾਸ ਮਹਾਰਾਜ ਜੀਆਂ ਨੂੰ, ਕਹਿੰਦੇ ਹੁਣ ਤੁਸੀਂ ਬੁਲਾਓ ਤੁਹਾਡੇ ਦੇਵਤਿਆਂ ਨੂੰ, ਤੁਸੀਂ ਕਰੋ ਪੂਜਾ। ਫਿਰ ਗੁਰਮੁਖ ਪਿਆਰੇ ਭਗਤ ਰਵਿਦਾਸ ਜੀ ਮਹਾਰਾਜ ਜੀ ਨੇ ਸ਼ਬਦ ਪੜ੍ਹਿਆ, ਜਿਹੜਾ ਸ਼ਬਦ ਗੁਰਬਾਣੀ ਦੇ ਵਿੱਚ ਦਰਜ ਹੈ। ਆਖੋ ਸਤਿਨਾਮ ਵਾਹਿਗੁਰੂ ਜੀ। ਨਿਰਪ ਕੰਨਿਆ ਕੇ ਕਾਰਨੇ ਦਰਸ਼ਨ ਦੇ ਪ੍ਰਥਾਏ, ਦਰਸ਼ਨਾਂ ਦੇ ਪ੍ਰਥਾਏ। ਭਗਤ ਜੀ ਨੇ ਸ਼ਬਦ ਪੜਿਆ, ਸਗਲ ਭਵਨ ਕੇ ਨਾਇਕਾ, ਸਗਲ ਭਵਨ ਕੇ ਨਾਇਕਾ, ਇੱਕ ਸਿਨ ਦਰਸ ਦਿਖਾਏ ਜਿਓ। ਬੇਨਤੀ ਕੀਤੀ, ਸ਼ਬਦ ਸ਼ੁਰੂ ਕੀਤਾ। ਜਦੋਂ ਸ਼ਬਦ ਪੜ ਰਹੇ ਨੇ ਨਾ,
ਤਾਂ ਗੁਰਮੁਖ ਪਿਆਰਿਓ ਸ਼ਬਦ ਹਜੇ ਪੂਰਾ ਹੋਣ ਜਾ ਰਿਹਾ। ਜਿਉਂ-ਜਿਉਂ ਸ਼ਬਦ ਪੂਰਾ ਹੋਣ ਲੱਗਿਆ, ਜਿਹੜੇ ਲੋਕ ਬੈਠੇ ਸੀ ਕਦੇ ਉਹ ਮੂਰਤੀਆਂ ਵੱਲ ਵੇਖਦੇ ਨੇ ਤੇ ਕਦੇ ਸਤਿਗੁਰੂ ਰਵਿਦਾਸ ਜੀ ਵੱਲ ਵੇਖਦੇ ਆ। ਜਦੋਂ ਸ਼ਬਦ ਪੂਰਾ ਹੋਇਆ ਨਾ, ਥੋੜ੍ਹੀਆਂ ਜਿਹੀਆਂ ਮੂਰਤੀਆਂ ਹਿੱਲਣੀਆਂ ਸ਼ੁਰੂ ਹੋਈਆਂ, ਮੂਰਤੀਆਂ ਹਰਕਤ ਦੇ ਵਿੱਚ ਆਈਆਂ। ਜਦੋਂ ਹਿੱਲੀਆਂ ਨਾ, ਲੋਕਾਂ ਨੇ ਰੌਲਾ ਪਾ ਦਿੱਤਾ, ਆਖੋ ਸਤਨਾਮ ਵਾਹਿਗੁਰੂ ਜੀ। ਭਗਤ ਰਵਿਦਾਸ ਮਹਾਰਾਜ ਜੀ ਚੌਂਕੜਾ ਮਾਰਿਆ ਹੋਇਆ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਸੁਰਤ ਜੋੜੀ ਆ ਤੇ ਸ਼ਬਦ ਦਾ ਜਾਪ ਕਰ ਰਹੇ ਨੇ। ਜਦੋਂ ਸ਼ਬਦ ਪੂਰਾ ਆਇਆ ਨਾ, ਤਾਂ ਗੁਰਮੁਖ ਪਿਆਰੇ ਪੱਥਰ ਦੀਆਂ ਮੂਰਤੀਆਂ ਗੰਗਾ ਦੇ ਵਿੱਚ ਤਿਰਦੀਆਂ ਭਗਤ ਰਵਿਦਾਸ ਮਹਾਰਾਜ ਜੀ ਦੀ ਝੋਲੀ ਦੇ ਵਿੱਚ ਆਣ ਗਿਰੀਆਂ। ਆਖੋ ਸਤਨਾਮ ਵਾਹਿਗੁਰੂ ਜੀ। ਸਾਰੇ ਜੈ ਜੈਕਾਰ ਹੋ ਗਈ। ਜਿਹੜੇ ਪੰਡਤ ਸੀ ਖੀਰਾਂ ਖਾਣ ਵਾਲੇ ਨਾ, ਉਹ ਸਾਰੇ ਹੌਲੇ ਹੌਲੇ ਆਪੋ ਆਪਣਾ ਭੱਜ ਗਿਆ। ਆਖੋ ਸਤਨਾਮ ਵਾਹਿਗੁਰੂ ਜੀ। ਫਿਰ ਉਸ ਦਿਨ ਭਗਤ ਰਵਿਦਾਸ ਮਹਾਰਾਜ ਜੀ ਨੇ ਆਖਿਆ ਸੀ, ਸੁਣੋ ਧਿਆਨ ਦੇ ਨਾਲ। ਉਸ ਦਿਨ ਫਿਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਆਖਿਆ ਸੀ, ਭਾਈ ਕਹਿੰਦੇ ਅੱਜ ਤੋਂ ਬਾਅਦ ਮੂਰਤੀ ਪੂਜਾ ਨਹੀਂ ਕਰਨੀ। ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਮੂਰਤੀ ਪੂਜਾ ਦਾ ਭਗਤ ਰਵਿਦਾਸ ਜੀ ਮਹਾਰਾਜ ਬਹੁਤ ਸਖਤ ਖੰਡਨ ਕਰਦੇ ਨੇ। ਕਹਿੰਦੇ ਮੂਰਤੀ ਪੂਜਾ ਨਹੀਂ ਕਰਨੀ, ਜੇ ਪੂਜਾ ਕਰਨੀ ਆ ਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸ਼ਬਦ ਦੀ ਪੂਜਾ ਕਰਨੀ। ਆਖੋ ਸਤਨਾਮ ਵਾਹਿਗੁਰੂ ਜੀ। ਭਗਤ ਰਵਿਦਾਸ ਮਹਾਰਾਜ ਜੀ ਨੇ ਸੋਹਿੰਗ ਦਾ ਜਾਪ ਕੀਤਾ। ਸੋਹਿੰਗ ਦਾ ਜਾਪ ਕੀਤਾ। ਜਾਂ ਫਿਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੀ ਮਸਤੀ ਦੇ ਵਿੱਚ ਆਉਂਦੇ ਹੁੰਦੇ ਸੀ ਨਾ ਜਦੋਂ, ਉਦੋਂ ਫਿਰ ਗੁਰਮੁਖ ਪਿਆਰੇ ਸੋਹਿੰਗ ਦਾ ਜਾਪ ਕਰਦੇ ਸੀ। ਆਖੋ ਸਤਨਾਮ ਵਾਹਿਗੁਰੂ ਜੀ। ਇੱਥੇ ਭਗਤ ਰਵਿਦਾਸ ਮਹਾਰਾਜ ਜੀ ਦੀ ਜੈ ਜੈਕਾਰ ਹੋਈ। ਹੋਰ ਵੀ ਗੁਰਮੁਖ ਪਿਆਰੇ ਹੁਣ ਚੜ੍ਹਦੀ ਕਲਾ ਹੋਣ ਲੱਗ ਪਈ। ਜਿੱਥੇ ਜਿੱਥੇ ਚੜ੍ਹਦੀ ਕਲਾ ਹੁੰਦੀ ਹੈ, ਜਿਹੜੇ ਪੰਡਤ ਲੋਕ ਸੀ ਨਾ, ਉਹ ਭਗਤ ਰਵਿਦਾਸ ਜੀ ਦੇ ਨਾਲ ਹੋਰ ਵੀ ਈਰਖਾ ਕਰਨੀ ਸ਼ੁਰੂ ਕਰ ਦਿੱਤੀ। ਇੰਨੇ ਹਾਲਾਤ ਮਾੜੇ ਸੀ ਕਿ ਗੁਰਮੁਖ ਪਿਆਰਿਓ ਰਵਿਦਾਸੀਆਂ ਲੋਕਾਂ ਤੋਂ ਪਿੱਟ ਮੰਨਦੇ ਹੁੰਦੇ ਸੀ। ਹੁਣ ਤਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਗੁਰੂਆਂ ਨੇ ਬਹੁਤ ਕਿਰਪਾ ਕਰ ਦਿੱਤੀ, ਸਤਿਗੁਰੂ ਨੇ ਰਹਿਮਤ ਕਰਤੀ। ਅੱਜ ਕੱਲ੍ਹ ਤਾਂ ਬਹੁਤ ਘੱਟ ਜਾਤ ਪਾਤ ਦਾ ਹੈ। ਆ ਪਿਛਲੇ ਸਮਿਆਂ ਤੋਂ 30 ਸਾਲ ਪਿੱਛੇ ਚਲੇ ਜਾਓ, ਐਸੇ ਲੋਕ ਸੀ ਗੁਰਮੁਖ ਪਿਆਰਿਓ। ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਨਾ, ਜਦੋਂ ਦੇਖਦੇ ਸੀ ਨਲਕੇ ਨੂੰ ਵੀ ਹੱਥ ਨਹੀਂ ਸੀ ਲਾਉਣ ਦਿੰਦੇ। ਆਖੋ ਸਤਨਾਮ ਵਾਹਿਗੁਰੂ ਜੀ। ਐਸੇ ਲੋਕ ਦੇਖੇ ਨੇ ਜਿਹੜੇ ਨਲਕੇ ਨੂੰ ਹੱਥ ਨਹੀਂ ਲਾਉਣ ਦਿੰਦੇ ਸੀ, ਅੱਜ ਉਹ ਪੈਰੀ ਹੱਥ ਲਾ ਕੇ ਮਿਲਦੇ ਨੇ। ਆਖੋ ਸਤਨਾਮ ਵਾਹਿਗੁਰੂ ਜੀ। ਇਹਨੇ ਨਾਮ ਦੀਆਂ ਕਮਾਈਆਂ ਭਾਈ, ਐਵੇਂ ਨਹੀਂ ਸਤਿਕਾਰ ਹੁੰਦਾ। ਜਦੋਂ ਮਨ ਦੇ ਵਿੱਚ ਤਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸ ਗਿਆ ਨਾ, ਫਿਰ ਗੁਰਮੁਖ ਪਿਆਰਿਓ ਜੈ ਜੈਕਾਰ ਵੀ ਹੋਣ ਲੱਗ ਜਾਂਦੀ ਆ ਤੇ ਸਤਿਕਾਰ ਵੀ ਹੋਣ ਲੱਗ ਜਾਂਦਾ। ਆਖੋ ਸਤਨਾਮ ਵਾਹਿਗੁਰੂ ਜੀ। ਹੁਣ ਭਗਤ ਰਵਿਦਾਸ ਜੀ ਮਹਾਰਾਜ ਤਾਂ ਗੁਰਮੁਖ ਪਿਆਰਿਓ ਗੰਗਾ ਦੇ ਉੱਤੇ ਇਸ਼ਨਾਨ ਕਰਨ ਵਾਸਤੇ ਜਾਇਆ ਕਰਦੇ ਸੀ, ਪਰ ਜਿਹੜੇ ਪੰਡਤ ਲੋਕ ਸੀ ਉਹ ਪਿੱਟ ਮੰਨਦੇ ਸੀ, ਚੰਗਾ ਨਹੀਂ ਸੀ ਸਮਝਦੇ। ਇੱਕ ਦਿਨ ਸਤਿਗੁਰੂ ਰਵਿਦਾਸ ਜੀ ਆਪਣੀ ਛਪਰੀ ਦੇ ਬਾਹਰ ਆਣ ਲੱਗੇ, ਪੰਡਤ ਲੰਘਣ ਲੱਗਿਆ। ਸਤਿਗੁਰੂ ਰਵਿਦਾਸ ਜੀ ਨੇ ਆਵਾਜ਼ ਮਾਰੀ, ਕਹਿੰਦੇ ਪੰਡਤ ਜੀ। ਕਹਿੰਦੇ ਹਾਂਜੀ ਦੱਸੋ। ਕਹਿੰਦੇ ਗੰਗਾ ਤੇ ਜਾ ਰਹੇ ਹੋ? ਕਹਿੰਦੇ ਹਾਂਜੀ ਗੰਗਾ ਤੇ ਜਾ ਰਹੇ ਹਾਂ। ਕਹਿੰਦੇ ਇੰਜ ਕਰਿਓ, ਜੇ ਤੁਸੀਂ ਗੰਗਾ ਤੇ ਜਾ ਰਹੇ ਹੋ ਨਾ, ਆ ਇੱਕ ਮੇਰੀ ਗਰੀਬ ਦੀ ਦਮੜੀ ਲੈ ਜਿਓ। ਸਤਿਗੁਰੂ ਰਵਿਦਾਸ ਜੀ ਕਹਿਣ ਲੱਗੇ, ਜੇ ਤੁਸੀਂ ਗੰਗਾ ਤੇ ਜਾਣ ਲੱਗੇ ਹੋ ਨਾ, ਆ ਮੇਰੀ ਵੀ ਇੱਕ ਗਰੀਬ ਦੀ ਦਮੜੀ ਲੈ ਜਿਓ। ਪੰਡਤ ਨੇ ਕੀ ਆਖਿਆ? ਹੱਥ ਦੇ ਵਿੱਚ ਨਹੀਂ ਫੜੀ, ਜੇ ਹੱਥ ਵਿੱਚ ਫੜਾਂਗਾ ਪਿੱਟ ਜਾਵਾਂਗਾ। ਕਹਿਣ ਲੱਗੇ ਥੱਲੇ ਸਿੱਟ ਦਿਓ। ਤਾਂ ਦਮੜੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਨੇ ਥੱਲੇ ਸੁੱਟੀ, ਪੈਰ ਦੇ ਨਾਲ ਮਲ ਕੇ ਗੁਰਮੁਖ ਪਿਆਰਿਓ ਫੇਰ ਹੱਥ ਦੇ ਵਿੱਚ ਫੜੀ
ਕਿਤੇ ਮੈਂ ਭਿੱਟਿਆ ਨਾ ਜਾਵਾਂ, ਆਖੋ ਸਤਨਾਮ। ਵਾਹਿਗੁਰੂ ਜੀ। ਆ ਹਾਲਾਤ ਸੀ ਪੰਡਤ ਲੋਕਾਂ ਦੇ, ਭਾਵੇਂ ਗੰਗਾ ਦੇ ਜਾਂਦੇ ਸੀ ਪਰ ਉਹਨਾਂ ਦਾ ਮਨ ਸਾਫ਼ ਨਹੀਂ ਹੈ, ਆਖੋ ਸਤਨਾਮ। ਵਾਹਿਗੁਰੂ ਜੀ। ਇੱਕ ਗੱਲ ਯਾਦ ਰੱਖਿਓ ਤਾਂ ਗੁਰਮੁਖ ਪਿਆਰਿਓ, ਜੇ ਅਸੀਂ ਗੁਰਦੁਆਰਾ ਸਾਹਿਬ ਵੀ ਜਾਂਦੇ ਆ, ਪੁੰਨ ਦਾਨ ਵੀ ਕਰਦੇ ਆ, ਭਜਨ ਵੀ ਕਰਦੇ ਆ, ਜੇ ਆਪਣੇ ਮਨ ਦੇ ਅੰਦਰੋਂ ਮੈਲ ਨਾ ਕੱਢੀ ਫਿਰ ਨੈ ਫਲ ਹੈ, ਆਖੋ ਸਤਨਾਮ। ਵਾਹਿਗੁਰੂ ਜੀ। ਫਿਰ ਕੋਈ ਫਲ ਨਹੀਂ ਮਿਲਦਾ। ਮਹਾਰਾਜ ਜੀ ਕਹਿੰਦੇ ਭਾਵੇਂ ਤੂੰ ਗੰਗਾ ਦੇ ਕਿਨਾਰੇ ਘਰ ਪਾ ਲਾ, ਤੇਰੀ ਮੁਕਤੀ ਨਹੀਂ ਹੋਣੀ। ਗੰਗਾ ਦੇ ਕਿਨਾਰੇ ਘਰ ਪਾਉਣ ਦੇ ਨਾਲ ਤੇਰੀ ਮੁਕਤੀ ਨਹੀਂ ਹੋਣੀ। ਫਿਰ ਮੁਕਤੀ ਕਿਵੇਂ ਹੋਣੀ ਆ? ਪੜ੍ਹ ਲਓ ਸ਼ਬਦ, ਗੱਜ ਵੱਜ ਕੇ ਬੋਲੋ ਸਾਰੇ। ਉਹ ਭਾਵੇਂ ਗੰਗਾ ਦੇ ਕਿਨਾਰੇ ਘਰ ਪਾ ਲਾ, ਬਈ ਮੁਕਤੀ ਨਾ ਹੋਣੀ ਨਾਮ ਤੋਂ ਬਿਨਾ। ਗੰਗਾ ਦੇ ਕਿਨਾਰੇ ਘਰ ਪਾ ਲਾ, ਮੁਕਤੀ ਨਾ ਹੋਣੀ ਨਾਮ ਤੋਂ ਬਿਨਾ। ਭਾਵੇਂ ਗੰਗਾ ਦੇ ਕਿਨਾਰੇ ਘਰ ਪਾ ਲਾ, ਨਾ ਹੋਣੀ ਨਾਮ ਤੋਂ ਬਿਨਾ। ਭਾਵੇਂ ਗੰਗਾ ਦੇ ਕਿਨਾਰੇ ਘਰ ਪਾ ਲਾ, ਮੁਕਤੀ ਨਾ ਹੋਣੀ ਗੰਗਾ ਦੇ ਕਿਨਾਰੇ ਘਰ ਪਾ ਲਾ, ਨਾ ਹੋਣੀ ਨਾਮ ਗੱਜ ਤੋਂ। ਕੇ ਭਾਵੇਂ ਗੰਗਾ ਦੇ ਕਿਨਾਰੇ ਘਰ ਪਾ ਲਾ, ਨਾ ਹੋਣੀ ਨਾਮ। ਉਹ ਭਾਵੇਂ ਗੰਗਾ ਦੇ ਕਿਨਾਰੇ ਘਰ ਪਾ ਲਾ, ਕਿਨਾਰੇ ਘਰ ਪਾ ਲਾ, ਮੁਕਤੀ ਨਾ ਹੋਣੀ ਨਾਮ ਤੋਂ ਬਿਨਾ। ਓਏ ਭਾਵੇਂ ਗੰਗਾ ਦੇ ਕਿਨਾਰੇ ਘਰ ਪਾ ਲਾ, ਮੁਕਤੀ ਨਾ ਹੋਣੀ ਨਾਮ ਤੋਂ ਬਿਨਾ। ਉਹ ਭਾਵੇਂ ਗੰਗਾ ਦੇ ਕਿਨਾਰੇ ਘਰ ਪਾ ਲਾ, ਮੁਕਤੀ ਨਾ ਹੋਣੀ ਨਾਮ ਤੋਂ ਬਿਨਾ। ਉਹ ਭਾਵੇਂ ਗੰਗਾ ਦੇ ਕਿਨਾਰੇ ਘਰ ਪਾ ਲਾ, ਮੁਕਤੀ ਨਾ ਹੋਣੀ ਨਾਮ ਗੰਗਾ ਦੇ ਕਿਨਾਰੇ ਘਰ ਪਾ ਲਾ, ਮੁਕਤੀ ਨਾ ਹੋਣੀ ਨਾਮ ਤੋਂ ਬਿਨਾ। ਭਾਵੇਂ ਗੰਗਾ ਦੇ ਕਿਨਾਰੇ ਘਰ ਪਾ ਪਿਆਰੇ ਜੀ ਮੁਕਤੀ ਨਾ ਹੋਣੀ ਨਾਮ ਤੋਂ ਬਿਨਾ। ਪਿਆਰੇ ਜੀ ਮੁਕਤੀ ਨਾ ਹੋਣੀ ਨਾਮ ਤੋਂ ਬਿਨਾ। ਉਹ ਪਿਆਰੇ ਜੀ ਮੁਕਤੀ ਨਾ ਹੋਣੀ ਨਾਮ ਤੋਂ ਬਿਨਾ। ਪਿਆਰੇ ਜੀ ਮੁਕਤੀ ਨਾ ਹੋਣੀ ਨਾਮ ਤੋਂ ਬਿਨਾ। ਏ ਮੁਕਤੀ ਨਾ ਹੋਣੀ ਨਾਮ ਤੋਂ ਬਿਨਾ। ਪਿਆਰੇ ਜੀ ਮੁਕਤੀ ਨਾ ਹੋਣੀ ਨਾਮ ਪਿਆਰੇ ਜੀ ਮੁਕਤੀ ਨਾ ਹੋਣੀ ਨਾਮ ਤੋਂ ਬਿਨਾ। ਪਿਆਰੇ ਜੀ ਮੁਕਤੀ ਨਾ ਹੋਣੀ ਨਾਮ ਤੋਂ ਬਿਨਾ। ਉਹ ਪਿਆਰੇ ਜੀ ਮੁਕਤੀ ਨਾ ਹੋਣੀ ਨਾਮ ਤੋਂ ਬਿਨਾ। ਪਿਆਰੇ ਜੀ ਮੁਕਤੀ ਨਾ ਹੋਣੀ ਨਾਮ ਮੁਕਤੀ ਨਾ ਹੋਣੀ ਨਾਮ ਤੋਂ ਬਿਨਾ। ਪਿਆਰੇ ਜੀ ਦੇ ਕਿਨਾਰੇ ਘਰ ਪਾ ਲਾ, ਉਹ ਭਾਵੇਂ ਗੰਗਾ ਦੇ ਕਿਨਾਰੇ ਘਰ ਪਾ ਲਾ, ਭਾਵੇਂ ਗੰਗਾ ਦੇ ਕਿਨਾਰੇ ਘਰ ਪਾ ਲਾ। ਭਾਵੇਂ ਗੰਗਾ ਦੇ ਕਿਨਾਰੇ ਘਰ ਪਾ ਲੈ। ਭਾਵੇਂ ਗੰਗਾ ਦੇ ਕਿਨਾਰੇ ਘਰ ਪਾ ਲਾ। ਭਾਵੇਂ ਗੰਗਾ
ਨਾਮ ਤੋਂ ਬਿਨਾ ਗੁਰਮੁਖ ਪਿਆਰਿਓ ਮੁਕਤੀ ਨਹੀਂ ਹੋਣੀ। ਆਖੋ ਸਤਨਾਮ। ਤਾਂ ਗੁਰਮੁਖ ਪਿਆਰਿਓ ਪੰਡਤ ਕਹਿਣ ਲੱਗਾ, ਕਹਿੰਦਾ ਦਮੜੀ ਥੱਲੇ ਸੁੱਟ ਦਿਓ। ਜਦੋਂ ਦਮੜੀ ਥੱਲੇ ਸੁੱਟੀ ਤਾਂ ਗੁਰਮੁਖ ਪਿਆਰਿਓ ਪੰਡਤ ਨੇ ਪੈਰ ਦੇ ਨਾਲ ਮਲ ਕੇ ਰੇਤੇ ਦੇ ਵਿੱਚ ਫੇਰ ਹੱਥ ਦੇ ਵਿੱਚ ਚੁੱਕੀ। ਆਖੋ ਸਤਨਾਮ। ਵਾਹਿਗੁਰੂ ਜੀ। ਕਿਤੇ ਮੈਂ ਪਿੱਟਿਆ ਨਾ ਜਾਵਾਂ, ਕਿਤੇ ਪਿੱਟਿਆ ਨਾ ਜਾਵਾਂ। ਜਦੋਂ ਦਮੜੀ ਹੱਥ ਦੇ ਵਿੱਚ ਚੁੱਕੀ ਨਾ, ਸਤਿਗੁਰੂ ਰਵਿਦਾਸ ਜੀ ਕਹਿਣ ਲੱਗੇ, ਕਹਿੰਦੇ ਆ ਜਾਂਦੇ ਜਾਂਦੇ ਦਮੜੀ ਸਾਡੀ ਨਾ ਜਿਹੜੀ ਲੈ ਕੇ ਜਾਣ ਲੱਗਿਓ, ਗੰਗਾ ਨੂੰ ਆਵਾਜ਼ ਮਾਰ ਕੇ ਆਖਿਓ, ਗੰਗਾ ਨੂੰ ਆਵਾਜ਼ ਮਾਰ ਕੇ ਆਖਿਓ, ਹੇ ਗੰਗਾ ਤੇਰੇ ਰਵਿਦਾਸ ਨੇ ਦਮੜੀ ਦਿੱਤੀ ਆ, ਇਹ ਗੱਲ ਆਖਿਓ। ਹੁਣ ਗੁਰਮੁਖ ਪਿਆਰਿਓ ਜਾਂਦਾ ਜਾਂਦਾ ਨਾ ਪੰਡਤ ਮਨ ਦੇ ਵਿੱਚ ਗੱਲਾਂ ਕਰਦਾ ਜਾਂਦਾ, ਆਪਣੇ ਮਨ ਦੇ ਵਿੱਚ ਕਹਿੰਦਾ ਵੀ ਮੈਨੂੰ ਅੱਜ ਤੱਕ ਗੰਗਾ ਦੇ ਦਰਸ਼ਨ ਨਹੀਂ ਹੋਏ, ਮੈਂ ਬੜਾ ਚਿਰਾਂ ਦਾ ਇਸ਼ਨਾਨ ਕਰਦਾ ਜਾਂਦਾ। ਕਹਿੰਦਾ ਇਹ ਰਵਿਦਾਸ ਚਮਾਰ ਆ, ਇਹਦੀ ਕੀ ਦਮੜੀ ਗੰਗਾ ਨੇ ਪ੍ਰਵਾਨ ਕਰਨੀ ਆ। ਚਲੋ ਕਹਿੰਦੇ ਆਪਣਾ ਕੀ ਜਾਂਦਾ ਪਤਾ, ਆਵਾਜ਼ੇ ਮਾਰਨੀਆਂ ਮਾਰ ਦਿਆਂਗੇ। ਇਤਿਹਾਸ ਦੱਸਦਾ ਜਦੋਂ ਗੰਗਾ ਦੇ ਕਿਨਾਰੇ ਦੇ ਉੱਪਰ ਗਿਆ ਪੰਡਤ ਖੜਾ ਜਾ ਕੇ ਚੌੜ ਦੇ ਵਿੱਚ ਮਖੌਲ ਦੇ ਵਿੱਚ, ਜਿਵੇਂ ਮਖੌਲ ਜਾ ਕਰਦੇ ਹੁੰਦੇ ਆ, ਕਹਿੰਦਾ ਹੇ ਗੰਗਾ ਆ ਤੇਰੇ ਰਵਿਦਾਸ ਚਮਾਰ ਨੇ ਆ ਦਮੜੀ ਦਿੱਤੀ ਆ, ਸੱਚ ਕਰਕੇ ਜਾਣਿਓ। ਇਤਿਹਾਸ ਦੱਸਦਾ, ਇਤਿਹਾਸ ਦੇ ਵਿੱਚ ਲਿਖਿਆ ਹੋਇਆ। ਤਾਂ ਗੁਰਮੁਖ ਪਿਆਰਿਓ ਕਹਿੰਦੇ ਗੰਗਾ ਪ੍ਰਗਟ ਹੋ ਗਈ। ਆਖੋ ਸਤਨਾਮ। ਵਾਹਿਗੁਰੂ ਜੀ। ਗੰਗਾ ਪ੍ਰਗਟ ਹੋ ਕੇ ਨਾ, ਪ੍ਰਗਟ ਹੋ ਕੇ ਭਗਤ ਰਵਿਦਾਸ ਮਹਾਰਾਜ ਜੀ ਦੀ ਦਮੜੀ ਹੱਥ ਦੇ ਵਿੱਚ ਫੜੀ। ਆਖੋ ਸਤਨਾਮ। ਵਾਹਿਗੁਰੂ ਜੀ। ਗੱਲ ਆ ਪ੍ਰੇਮ ਦੀ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਗੁਰਬਾਣੀ ਦੇ ਵਿੱਚ, ਮਹਾਰਾਜ ਜੀ ਕਹਿੰਦੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪਰਮੇਸ਼ਰ ਦੇ ਨਾਲ ਪਿਆਰ ਕੀਤਾ ਨਾ, ਅੰਦਰਲੇ ਦਿਲੇ ਸੱਚੇ ਦਿਲੋਂ ਪਿਆਰ ਕੀਤਾ, ਉਹਨਾਂ ਨੇ ਪਰਮੇਸ਼ਰ ਨੂੰ ਪਾ ਲਿਆ। ਆਖੋ ਸਤਨਾਮ। ਵਾਹਿਗੁਰੂ ਜੀ। ਭਗਤ ਰਵਿਦਾਸ ਮਹਾਰਾਜ ਜੀ ਨੇ ਸੱਚੇ ਦਿਲੋਂ ਪਰਮੇਸ਼ਰ ਦੇ ਨਾਲ ਪਿਆਰ ਕੀਤਾ ਤੇ ਪਰਮੇਸ਼ਰ ਨੂੰ ਪਾਇਆ। ਪਰਮੇਸ਼ਰ ਨੂੰ ਪਾਏ ਨਹੀਂ ਤੇ ਪਰਮੇਸ਼ਰ ਦਾ ਰੂਪ ਇਹ ਬਣ ਗਏ। ਆਖੋ ਸਤਨਾਮ। ਵਾਹਿਗੁਰੂ ਜੀ। ਹੁਣ ਜਦੋਂ ਆਵਾਜ਼ ਮਾਰੀ, ਗੰਗਾ ਪ੍ਰਗਟ ਹੋਈ, ਰਵਿਦਾਸ ਮਹਾਰਾਜ ਜੀ ਦੀ ਦਮੜੀ ਪ੍ਰਵਾਨ ਕੀਤੀ। ਕਹਿਣ ਲੱਗੀ ਗੰਗਾ, ਕਹਿੰਦੀ ਪੰਡਤ ਜੀ ਰੁਕ ਜੋ, ਜਾਇਓ ਨਾ, ਜਾਇਓ ਨਾ, ਰੁਕੋ ਜਰਾ। ਪੰਡਤ ਕਹਿੰਦੇ ਹੁਣ ਕੀ ਆ? ਕਹਿੰਦੀ ਮੇਰੇ ਰਵਿਦਾਸ ਨੇ ਮੈਨੂੰ ਦਮੜੀ ਦਿੱਤੀ ਆ, ਮੈਂ ਵੀ ਰਵਿਦਾਸ ਵਾਸਤੇ ਇੱਕ ਸੁਗਾਤ ਭੇਜਣੀ ਆ। ਫਿਰ ਉਹ ਸੁਗਾਤ ਕੀ ਸੀ? ਤਾਂ ਗੁਰਮੁਖ ਪਿਆਰਿਓ ਗੰਗਾ ਪ੍ਰਗਟ ਹੋਈ, ਪ੍ਰਗਟ ਹੋ ਕੇ ਤਾਂ ਗੁਰਮੁਖ ਪਿਆਰਿਓ ਫਿਰ ਇੱਕ ਕੰਗਣ ਦਿੱਤਾ, ਬੜਾ ਕੀਮਤੀ ਕੰਗਣ, ਜਿਹੜਾ ਕੁਦਰਤੀ, ਐਸਾ ਕੰਗਣ ਕਿਸੇ ਨੇ ਕਦੇ ਵੇਖਿਆ ਨਹੀਂ ਹੋਣਾ। ਆਖੋ ਸਤਨਾਮ। ਹੁਣ ਕੰਗਣ ਦਿੱਤਾ, ਪੰਡਤ ਨੇ ਹੱਥ 'ਚ ਫੜਿਆ, ਹੁਣ ਫੜ ਕੇ ਆ ਰਿਹਾ, ਦੇਣਾ ਤਾਂ ਭਗਤ ਰਵਿਦਾਸ ਨੂੰ ਸੀ ਕੰਗਣ। ਹੁਣ ਮਨ ਦੇ ਵਿੱਚ ਸੋਚਦਾ ਹੁੰਦਾ, ਕਹਿੰਦਾ ਕੰਗਣ ਬੜਾ ਕੀਮਤੀ ਆ, ਉਹ ਭਗਤ ਰਵਿਦਾਸ ਜੀ ਨੇ ਕੀ ਕਰਨਾ ਕੰਗਣ? ਇਹ ਤਾਂ ਕੰਗਣ ਆਪਾਂ ਆਪਣੇ ਘਰ ਹੀ ਲੈ ਜਾਂਦੇ। ਆਖੋ ਸਤਨਾਮ। ਵਾਹਿਗੁਰੂ ਜੀ। ਕੰਗਣ ਆਪਾਂ ਆਪਣੇ ਘਰ ਲੈ ਜਾਂਦੇ। ਲਾਲਚ ਦੇ ਵਿੱਚ ਆ ਗਿਆ, ਕਹਿੰਦੇ ਲਾਲਚ ਬੁਰੀ ਬਲਾ ਹੈ। ਜਦੋਂ ਕੰਗਣ ਘਰੇ ਲੈ ਗਿਆ ਨਾ, ਪੰਡਤਾਣੀ ਤੇ ਰੋ ਮਾਰ ਲੱਗ ਗਿਆ ਜਾ ਕੇ। ਉਹ ਕਹਿੰਦਾ ਭਾਗਵਾਨੇ ਆ ਦੇਖ ਲੈ, ਕਹਿੰਦਾ ਕੰਗਣ ਕਿੰਨਾ ਸੋਹਣਾ, ਤੂੰ ਐਵੇਂ ਰੋਜ਼ ਮੈਨੂੰ ਵੱਢ ਖਾਉਂ ਕਰਦੀ ਆ, ਆ ਦੇਖ ਲੈ ਕੰਗਣ। ਜਦੋਂ ਕੰਗਣ ਦੇਖਿਆ ਨਾ, ਪੰਡਤਾਣੀ ਨੇ ਦੇਖਿਆ ਵੀ ਕੰਗਣ ਬੜਾ ਵਧੀਆ,
ਉਸੇ ਸਮੇਂ ਪੰਡਤਾਣੀ ਵੀ ਬਦਲ ਗਈ। ਆਖੋ ਸਤਨਾਮ ਵਾਹਿਗੁਰੂ ਜੀ। ਕਹਿੰਦੀ ਨਾ ਨਾ ਮੈਂ ਕਿੱਥੇ ਤੁਹਾਨੂੰ ਗਾਲਾਂ ਕੱਢਦੀ ਆ, ਮੈਂ ਤਾਂ ਤੁਹਾਨੂੰ ਕਿੰਨਾ ਪਿਆਰ ਕਰਦੀ ਆ। ਕੰਗਣ ਨੂੰ ਦੇਖ ਕੇ ਬਦਲ ਗਈ ਨਾ 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 ਤੁਸੀਂ ਤਾਂ ਮੇਰੇ ਸਿਰ ਦੇ ਸਾਈਓ, ਮੇਰਾ ਫਲਾਣਾ ਤਿਮਕਾ। ਬੜੇ ਤੁਹਾਨੂੰ ਪਤੀ ਆ ਫਿਰ ਬੀਬੀਆਂ ਨੂੰ ਵੀ ਜਦੋਂ ਘਰ ਵਾਲੇ ਤੋਂ ਕੰਮ ਲੈਣਾ ਹੁੰਦਾ ਫਿਰ ਬੜੇ ਮਿੱਠੇ ਪੋਚੇ ਪਿੱਲਾ ਵਜਾ ਕੇ ਢਿੱਲਾ, ਹਾਂਜੀ ਤੁਸੀਂ ਦੁੱਧ ਪੀਓਗੇ ਜੀ ਐਂ ਹੁੰਦਾ ਨਾ। ਫਿਰ ਜਦੋਂ ਕੋਈ ਸੂਟ ਸਾੜ ਲੈਣਾ ਹੋਵੇ, ਹਾਂਜੀ ਤੁਸੀਂ ਅੱਜ ਥੱਕੇ ਹੋਵਾਂਗੇ ਪਾਣੀ ਗਰਮ ਕਰਾਂ। ਫਿਰ ਤੁਹਾਨੂੰ ਪਤਾ ਫਿਰ ਇਹੋ ਜਿਹੇ ਮਿੱਠੇ ਪੋਚੇ ਮੇਰੇ ਵਰਗਾ ਫਿਰ ਪੰਗਲ ਜਾਂਦਾ ਵੀ ਹਾਂ। ਫਿਰ ਲੱਗ ਜਾਂਦਾ ਪਤਾ ਵੀ ਕਰਨਾ ਕੀ ਆ। ਉਹ ਮੈਂ ਜੀ ਇੱਕ ਸੂਟ ਦੇਖਿਆ ਦੀ ਫਲਾਣੀ ਦੇ ਪਾਇਆ ਹੋਇਆ, ਜੇ ਤੁਹਾਡੀ ਆਗਿਆ ਹੋਵੇ ਆਪਾਂ ਸਵੇਰੇ ਲਿਆਈਏ। ਫਿਰ ਦਬਾਉਣਾ ਪੈਂਦਾ ਭਾਈ ਜਦੋਂ ਪੰਪ ਮਾਰੇ ਹੁੰਦੇ ਨੇ ਮੈਕਰੋ ਦੇ। ਇਸ ਤਰ੍ਹਾਂ ਗੁਰਮੁਖ ਪਿਆਰਿਓ ਪੰਡਤਾਣੀ ਕਹਿੰਦੀ ਨਾ ਨਾ ਜੀ ਮੈਂ ਤੁਹਾਨੂੰ ਕਦੇ ਕੁਛ ਆਖਿਆ, ਦੱਸੋ ਤੁਸੀਂ ਗਰਮ ਦੁੱਧ ਲਿਆਵਾਂ ਕਿ ਦੁੱਧ 'ਚ ਪੱਤੀ ਪਾ ਦਾਂ। ਕੰਗਣ ਲੈਣਾ ਸੀ, ਕੰਗਣ ਲੈ ਲਿਆ ਵਡਾ ਵਡੂ ਕੇ ਪੰਡਤ ਤੋਂ। ਹੁਣ ਪੰਡਤਾਣੀ ਨੇ ਕੰਗਣ ਹੱਥ ਦੇ ਵਿੱਚ ਪਾ ਲਿਆ, ਹੱਥ ਦੇ ਵਿੱਚ ਪਾਇਆ ਹੋਇਆ ਨਾ ਹੁਣ ਸਖੀਆਂ ਸਹੇਲੀਆਂ ਨੂੰ ਵਿਖਾਉਂਦੀ ਫਿਰਦੀ। ਆਖੋ ਸਤਨਾਮ ਵਾਹਿਗੁਰੂ ਜੀ। ਹੁਣ ਦੀਵਾਨ ਦੇ ਉੱਤੇ ਨਾ ਚਲੇ ਜਾਂਦੀਆਂ ਨੇ ਬੀਬੀਆਂ, ਭੈਣੇ ਆ ਸੂਟ ਕਿੰਨੇ ਦਾ ਲਿਆਂਦਾ, ਬੜਾ ਵਧੀਆ। ਇਹ ਕਿਹੜੀ ਦੁਕਾਨ ਤੋਂ ਲਿਆਂਦਾ? ਇਹ ਤਾਂ ਜੀ ਨਾਭੇ ਤੋਂ ਲਿਆਂਦਾ ਜਾਂ ਪਟਿਆਲੇ ਤੋਂ ਲਿਆਂਦਾ। ਬਸ ਫਿਰ ਹੱਥ ਨੇ ਦੀਵਾਨ ਸੁਣ ਕੇ, ਮੈਂ ਉੱਥੇ ਦੀਵਾਨ ਦੇ ਵਿੱਚ ਨਾ ਫਲਾਣੀ ਦੇ ਸੂਟ ਦੇਖਿਆ ਹੋਇਆ ਪਾਇਆ ਹੋਇਆ, ਬੜਾ ਵਧੀਆ, ਮੈਂ ਵੀ ਉਹਦੇ ਨਾਲ ਦਾ ਸੂਟ ਲੈਣਾ। ਉਹ ਕਹਿੰਦਾ ਭਾਗਵਾਨੇ ਤੂੰ ਦੀਵਾਨ ਤੇ ਨਾ ਜਾਇਆ ਕਰ। ਆਖੋ ਸਤਨਾਮ ਵਾਹਿਗੁਰੂ ਜੀ। ਕਹਿੰਦਾ ਤੂੰ ਦੀਵਾਨ ਤੇ ਜਾਂਦੀ ਆ 1000-1500 ਨੂੰ ਮੇਰਾ ਸਿਆਪਾ ਖੜਾ ਕਰ ਦੇ, ਤੂੰ ਦੀਵਾਨ ਤੇ ਨਾ ਜਾਇਆ ਕਰ। ਇਸ ਕਰਕੇ ਗੁਰਮੁਖ ਪਿਆਰਿਓ ਨਾਮ ਦੇ ਵਪਾਰੀ ਨੇ ਨਾ ਜਿਹੜੇ ਬਿਰਲੇ ਬਿਰਲੇ ਨੇ। ਕਾਂਸੀ ਤਾਂਬੇ ਦਾ ਵਪਾਰ ਲੋਕੀ ਕਰਦੇ ਨੇ, ਸਾਧੂਆਂ ਨੇ ਨਾਮ ਬਣ ਜਿਆ। ਆਖੋ ਸਤਨਾਮ ਵਾਹਿਗੁਰੂ ਜੀ। ਉਹ ਕਾਂਸੀ ਤਾਂਬੇ ਦਾ ਵਪਾਰ ਦੁਨੀਆ ਕਰਦੀ ਐ, ਸਾਧੂਆਂ ਨੇ ਨਾਮ ਬਣ ਜਿਆ। ਤਾਂਬੇ ਦਾ ਵਪਾਰ ਲੋਕੀ ਕਰਦੇ ਨੇ, ਸਾਧੂਆਂ ਨੇ ਨਾਮ ਬਣ ਜਿਆ। ਤਾਂਬੇ ਦਾ ਵਪਾਰ ਲੋਕੀ ਕਰਦੇ ਨੇ, ਸਾਧੂਆਂ ਨੇ ਨਾਮ ਬਣ ਜਿਆ। ਗੱਜ ਕੇ ਬੋਲੋ ਸਾਰੇ, ਵਪਾਰ ਲੋਕੀ ਕਰਦੇ ਨੇ, ਸਾਧੂਆਂ ਨੇ ਨਾਮ ਬਣ ਜਿਆ। ਵਪਾਰ ਲੋਕੀ ਕਰਦੇ ਨੇ ਜੀ ਸਾਧੂਆਂ ਨੇ ਨਾਮ ਬਣ ਜਿਆ। ਤਾਂਬੇ ਦਾ ਵਪਾਰ ਲੋਕੀ ਕਰਦੇ ਨੇ, ਸਾਧੂਆਂ ਨੇ ਕਾਂਸੀ ਤਾਂਬੇ ਦਾ ਵਪਾਰ ਦੁਨੀਆ ਕਰਦੀ ਆ, ਵਪਾਰ ਦੁਨੀਆ ਕਰਦੀ ਆ। ਸਾਧੂਆਂ ਨੇ ਨਾਮ ਬਣ ਜਿਆ ਵੇ। ਕਾਂਸੀ ਤਾਂਬੇ ਦਾ ਵਪਾਰ ਲੋਕੀ ਕਰਦੇ ਨੇ, ਸਾਧੂਆਂ ਨੇ ਨਾਮ ਬਣ ਜਿਆ। ਤਾਂਬੇ ਦਾ ਵਪਾਰ ਲੋਕੀ ਕਰਦੇ ਨੇ, ਸਾਧੂਆਂ ਨੇ ਨਾਮ ਬਣ ਜਿਆ। ਕਾਂਸੀ ਤਾਂਬੇ ਦਾ ਵਪਾਰ ਲੋਕੀ ਕਰਦੇ, ਉਹ ਸਾਧੂਆਂ ਨੇ ਨਾਮ ਬਣ ਜਿਆ। ਤਾਂਬੇ ਦਾ ਵਪਾਰ ਲੋਕੀ ਕਰਦੇ ਨੇ, ਸਾਧੂਆਂ ਨੇ ਨਾਮ ਬਣ ਜਿਆ। ਕਾਂਸੀ ਤਾਂਬੇ ਦਾ ਪਿਆਰੇ ਜੀ ਸਾਧੂਆਂ ਨੇ ਨਾਮ ਬਣ ਜਿਆ। ਪਿਆਰਿਓ ਸਾਧੂਆਂ ਨੇ ਨਾਮ ਬਣ ਜਿਆ। ਉਹ ਪਿਆਰੇ ਜੀ ਸਾਧੂਆਂ ਸਾਧੂਆਂ ਨੇ ਨਾਮ ਬਣ ਜਿਆ। ਨਾਮ ਬਣ ਜਿਆ। ਪਿਆਰੇ ਜੀ ਸਾਧੂਆਂ ਨੇ ਨਾਮ ਬਣ ਜਿਆ। ਉਹ ਕਾਂਸੀ ਤਾਂਬੇ ਦਾ ਵਪਾਰ ਦੁਨੀਆ ਕਰਦੀ ਆ, ਵਪਾਰ ਦੁਨੀਆ ਕਰ
ਆ ਸਾਧੂਆਂ ਨੇ ਨਾਮ ਬਣ ਜੇ ਆਵੇ ਕਾਂਤੀ ਤਾਂਬੇ ਦਾ ਵਪਾਰ ਦੁਨੀਆ ਕਰਦੀ ਆ ਸਾਧੂਆਂ ਨੇ ਨਾਮ ਬਣ ਜੇ ਆ ਦਾ ਵਪਾਰ ਕਰਦੀ ਆ ਸਾਧੂਆਂ ਨੇ ਨਾਮ ਵੰਡਿਆ ਕਾਂਚੀ ਤਾਂਬੇ ਦਾ ਵਪਾਰ ਦੁਨੀਆ ਕਰਦੀ ਉਹ ਸਾਧੂਆਂ ਨੇ ਨਾਮ ਵੰਡਿਆ ਨਾਮ ਵਪਾਰ ਦੁਨੀਆ ਕਰਦੀ ਆ ਸਾਧੂਆਂ ਨੇ ਨਾਮ ਵੰਡਿਆ ਕਾਂਚੀ ਤਾਂਬੇ ਦਾ ਵਪਾਰ ਦੁਨੀਆ ਕਰਦੀ ਸਾਧੂਆਂ ਨੇ ਨਾਮ ਵੰਡਿਆ ਤਾਂ ਗੁਰਮੁਖ ਪਿਆਰਿਓ ਸਾਧੂਆਂ ਨੇ ਨਾਮ ਬਣਦਿਆ ਬਾਕੀ ਦੁਨੀਆ ਕਾਂਸੀ ਦਾ ਤਾਂਬੇ ਦਾ ਸੋਨੇ ਦਾ ਚਾਂਦੀ ਦਾ ਵਪਾਰ ਕਰਦੀ ਹੈ ਪਰ ਜਿਹੜੇ ਰੱਬ ਦੇ ਪਿਆਰੇ ਨੇ ਨਾ ਉਹ ਗੁਰਮੁਖ ਪਿਆਰਿਓ ਨਾਮ ਦਾ ਵਪਾਰ ਕਰਦੇ ਨੇ ਆਖੋ ਸਤਨਾਮ ਵਾਹਿਗੁਰੂ ਜੀ ਉਹਨਾਂ ਦੀ ਕੇਵਲ ਤੇ ਕੇਵਲ ਨਾਮ ਦੇ ਨਾਲ ਹੀ ਬਿਰਤੀ ਜੁੜੀ ਹੁੰਦੀ ਆ ਵਿਚਾਰ ਚੱਲ ਰਹੀ ਸੀ ਆਪਣੀ ਤਾਂ ਗੁਰਮੁਖ ਪਿਆਰਿਓ ਕੰਗਣ ਘਰ ਲੈ ਗਿਆ ਪੰਡਤਾਣੀ ਨੇ ਹੱਥ ਦੇ ਵਿੱਚ ਪਾ ਲਿਆ ਹੁਣ ਸਖੀਆਂ ਸਹੇਲੀਆਂ ਨੂੰ ਕੰਗਣ ਦਿਖਾਉਂਦੀ ਫਿਰਦੀ ਆ ਦੇਖੋ ਭੈਣੇ ਕੰਗਣ ਕਿੰਨਾ ਸੋਹਣਾ ਹੈ ਤਾਂ ਗੁਰਮੁਖ ਪਿਆਰਿਓ ਚਲਦੀ ਚਲਦੀ ਵਿਚਾਰਨਾ ਰਾਣੀ ਨੂੰ ਜਾ ਕੇ ਦੱਸ ਦਿੱਤਾ ਕਹਿੰਦੇ ਰਾਣੀ ਸਾਹਿਬਾ ਜਿਹੜਾ ਤੁਹਾਡੇ ਪੰਡਤ ਆਉਂਦਾ ਨਾ ਉਹਦੇ ਘਰ ਵਾਲੀ ਦੇ ਹੱਥ ਦੇ ਵਿੱਚ ਕੰਗਣ ਪਾਇਆ ਹੋਇਆ ਬੜਾ ਕੀਮਤੀ ਕੰਗਣਾ ਜੇ ਕਿਤੇ ਤੁਹਾਡੇ ਹੱਥ ਦੇ ਵਿੱਚ ਪਾਇਆ ਹੋਵੇ ਨਾ ਤਾਂ ਬੜਾ ਸੋਹਣਾ ਲੱਗੇ ਪੰਡਤ ਨੇ ਗੁਰਮੁਖ ਪਿਆਰਿਓ ਘਰ ਵਾਲੀ ਦੇ ਕੋਲ ਵੀ ਝੂਠ ਬੋਲਿਆ ਕਹਿੰਦਾ ਭਾਗਵਾਨ ਨੇ ਆ ਦੇਖ ਲਾ ਤੂੰ ਐਵੇਂ ਵੱਢ ਖਾਉਂ ਕਰਦੀ ਰਹਿੰਦੀ ਆ ਦੇਖ ਲਾ ਮੇਰੇ ਕਿੱਡੇ ਕਿੱਡੇ ਸੇਵਕ ਨੇ ਆ ਸੇਵਕਾਂ ਨੇ ਕੰਗਣ ਭੇਟਾ ਕਰਤਾ ਆਖੋ ਸਤਨਾਮ ਘਰਵਾਲੀ ਦੇ ਕੋਲ ਆ ਕੇ ਆਪਣੀ ਹਵਾ ਬਣਾਉਣ ਲੱਗਿਆ ਸੁੱਕੀ ਹਵਾ ਹੁਣ ਸੁੱਕੀ ਹਵਾ ਦੇਖੋ ਕਿੰਨੀ ਮਹਿੰਗੀ ਪੈ ਗਈ ਅੱਗੇ ਸੁਣੋ ਇਤਿਹਾਸ 15 ਮਿੰਟ 20 ਮਿੰਟ ਦੀ ਆਪਾਂ ਨੇ ਹਾਜ਼ਰੀ ਹੋਰ ਭਰਨੀ ਹੈ 9 ਵਜੇ ਸਮਾਪਤੀ ਕਰ ਦੇਣੀ ਆ ਤਾਂ ਗੁਰਮੁਖ ਪਿਆਰਿਓ ਸੁੱਕੀ ਹਵਾ ਦੇਖੋ ਕਿੰਨੀ ਮਹਿੰਗੀ ਪੈ ਗਈ ਕਈ ਵਾਰ ਬੰਦਾ ਫੁਕਰੀ ਮਾਰ ਦਿੰਦਾ ਪਰ ਉਹਨੂੰ ਮਹਿੰਗੀ ਪੈ ਜਾਂਦੀ ਆਖੋ ਸਤਨਾਮ ਵਾਹਿਗੁਰੂ ਜੀ ਤਾਂ ਹੁਣ ਕਹਿਣ ਲੱਗਾ ਭਾਗਵਾਨ ਨੇ ਤੂੰ ਐਵੇਂ ਵੱਢ ਖਾਉਂ ਕਰਦੀਆਂ ਦੇਖ ਲਾ ਸਾਡੇ ਕਿੱਡੇ ਕਿੱਡੇ ਸੇਵਕ ਪਏ ਨੇ ਕਿੱਡੇ ਕਿੱਡੇ ਸਾਡੇ ਸਰਦਾਲੂ ਪਏ ਨੇ ਆ ਦੇਖ ਲਾ ਕੰਗਣ ਭੇਟਾ ਕਰ ਦਿੱਤਾ ਕੰਗਣ ਹੱਥ ਦੇ ਵਿੱਚ ਪਾਇਆ ਦਿਖਾਇਆ ਤਾਂ ਰਾਣੀ ਨੂੰ ਪਤਾ ਲੱਗਿਆ ਰਾਣੀ ਨੇ ਰਾਜੇ ਨੂੰ ਆਖਿਆ ਕਹਿੰਦੇ ਉਹ ਪੰਡਤ ਜਿਹੜਾ ਆਪਣੇ ਕੋਲ ਆਉਂਦਾ ਉਹਦੇ ਘਰ ਵਾਲੀ ਕੋਲ ਕੰਗਣਾ ਬੜਾ ਕੀਮਤੀ ਬੇਸਮਾਲ ਕੰਗਣਾ ਉਹ ਕੰਗਣ ਮੈਨੂੰ ਲੈ ਕੇ ਦਿਓ ਜਿਵੇਂ ਕਿਵੇਂ ਕਰੋ ਕੁਛ ਵੀ ਕਰੋ ਰਾਜਾ ਕਹਿੰਦਾ ਰਾਣੀ ਕੋਈ ਬਹੁਤੀ ਵੱਡੀ ਗੱਲ ਨਹੀਂ ਆਪਾਂ ਕੰਗਣ ਪੰਡਤ ਤੋਂ ਲੈ ਲੈਂਦੇ ਆ ਤੂੰ ਕਿਉਂ ਘਬਰਾਉਂਦੀ ਆ ਕੰਗਣ ਲੈ ਕੇ ਦੇ ਦਿੰਦੇ ਤੈਨੂੰ ਅਹਿਲਕਾਰਾਂ ਨੂੰ ਭੇਜਿਆ ਕਹਿੰਦੇ ਜਾਓ ਪੰਡਤ ਨੂੰ ਬੁਲਾ ਕੇ ਲੈ ਕੇ ਆਓ ਪੰਡਤ ਨੂੰ ਬੁਲਾਇਆ ਕਹਿੰਦੇ ਜੀ ਤੁਹਾਨੂੰ ਰਾਜੇ ਨੇ ਬੁਲਾਇਆ ਪੰਡਤ ਕਹਿੰਦਾ ਜੀ ਚਲੋ ਹੁਣੀ ਚੱਲਦੇ ਆ ਰਾਜੇ ਦੇ ਕੋਲ ਚਲਿਆ ਗਿਆ ਕਹਿੰਦੇ ਹਾਂ ਰਾਜਾ ਜੀ ਦੱਸੋ ਕਹਿੰਦੇ ਪੰਡਤ ਜੀ ਮੈਂ ਸੁਣਿਆ ਤੁਹਾਡੇ ਕੋਲ ਕੰਗਣ ਆ ਕਹਿੰਦੇ ਹਾਂ ਜੀ ਹੈ ਇੱਥੇ ਵੀ ਝੂਠ ਬੋਲਿਆ ਕਹਿੰਦੇ ਤੇਰੇ ਲਵੋ ਕੰਗਣ ਕਿੱਥੋਂ ਆ ਗਿਆ ਹੈ ਜਾਂ ਕੰਗਣ ਕਹਿੰਦਾ ਲੈ ਹੈ ਜੀ ਮੇਰੇ ਐਡੇ ਐਡੇ ਸੇਵਕ ਪਏ ਨੇ ਬੜੇ ਬੜੇ ਸਰਦਾਲੂ ਪਏ ਨੇ ਉਹਨਾਂ ਨੇ ਮੈਨੂੰ ਭੇਟਾ ਕੀਤਾ ਇੱਥੇ ਵੀ ਝੂਠ ਬੋਲਿਆ ਤਾਂ ਗੁਰਮੁਖ ਪਿਆਰਿਓ ਹੁਣ ਰਾਜਾ ਕਹਿੰਦਾ ਵੀ ਉਹ ਕੰਗਣ ਮੈਨੂੰ ਦੇ ਦੇ ਜਿੰਨੀ ਤੈਨੂੰ ਮਾਇਆ ਚਾਹੀਦੀ ਆ ਨਾ ਉਨੀ ਤੈਨੂੰ ਮਾਇਆ ਦੇ ਦੇਾਂਗੇ ਆਖੋ ਸਤਨਾਮ ਵਾਹਿਗੁਰੂ ਜੀ ਹੁਣ ਪੰਡਤ ਫੇਰ ਲਾਲਚ ਦੇ ਵਿੱਚ ਆ ਗਿਆ ਕਹਿੰਦਾ ਕੰਗਣ ਕੀ ਸਿਰ 'ਚ ਮਾਰਨਾ ਕਹਿੰਦਾ ਤਾਂ ਪਾ ਕੇ ਦਿਖਾਉਂਦੀ ਵੀਰੀ ਮੰਡਣਾ ਨੂੰ ਵੇਚ ਕੇ ਪਰੇ ਕਰੋ ਕਹਿੰਦਾ ਰਾਜਾ ਤੁਸੀਂ ਲਓ ਜੇ ਕੰਗਣ ਪੰਡਤ ਕਹਿੰਦਾ ਰਾਜਾ ਕਹਿਣ ਲੱਗਾ ਕਹਿੰਦਾ 10 ਪੰਡਤ ਜੀ ਕਿੰਨੀ ਮਾਇਆ ਚਾਹੀਦੀ ਆ ਕਹਿੰਦਾ ਤੁਸੀਂ ਆਪੇ ਦੇਖੋ ਕਹਿੰਦਾ ਨਾ ਜਿੰਨਾ ਤੂੰ ਕਹੇਗਾ ਉਨੀ ਮਾਇਆ ਦੇ ਦੇਵਾਂਗੇ
ਜਿੰਨੀ ਪੰਡਤ ਨੇ ਮਾਇਆ ਮੂੰਹ ਤੋਂ ਮੰਗੀ ਨਾ ਉਨੀ ਰਾਜੇ ਨੇ ਦੇ ਦਿੱਤੀ। ਆਖੋ ਸਤਨਾਮ ਵਾਹਿਗੁਰੂ ਜੀ। ਉਹ ਕੰਗਣ ਲੈ ਕੇ ਗੁਰਮੁਖ ਪਿਆਰਿਓ ਰਾਣੀ ਨੂੰ ਦੇ ਦਿੱਤਾ। ਰਾਣੀ ਨੇ ਫਿਰ ਆਪਣੇ ਹੱਥ 'ਚ ਪਾ ਲਿਆ। ਹੱਥ ਦੇ ਵਿੱਚ ਪਾਇਆ ਰਾਣੀ ਨੇ ਕੰਗਣ। ਉਹੀ ਗੱਲ ਫੇਰ ਆ ਗਈ ਬੀਬੀਆਂ ਵਾਲੀ, ਘੁੰਮ ਘੁਮਾ ਕੇ ਉਹ ਫੇਰ ਰਾਣੀ ਆਪਣੇ ਜਿਹੜੀਆਂ ਗੋਲੀਆਂ ਜੀ ਕਹਿੰਦੇ ਆ, ਦੇਖੋ ਕਹਿੰਦੇ ਕੰਗਣ ਬੜਾ ਸੋਹਣਾ ਲੱਗਦਾ। ਉਹਨਾਂ ਨੇ ਹੋਰ ਅੱਗ ਲਾਤੀ। ਉਹ ਕਹਿੰਦੀ ਰਾਣੀ ਸਾਹਿਬਾ ਕੰਗਣ ਬੜਾ ਸੋਹਣਾ ਪਰ ਮਾੜੀ ਜੀ ਘਾਟ ਆ। ਉਹ ਕਹਿੰਦੇ ਮਾੜੀ ਜੀ ਘਾਟ। ਅਸੀਂ ਨਾ ਕਿੱਧਰ ਚਲੇ ਗਏ, ਆਪਣਾ ਇੱਧਰ ਮਾਨਸਾ ਕਣੀ, ਉੱਥੇ ਮੈਂ ਰਾਤ ਦਾ ਦੀਵਾਨ ਲਾ ਕੇ ਹਟਿਆ। ਮੇਰੇ ਕੋਲ ਆ ਕੇ ਬੈਠ ਕੇ ਪਹਿਰੇਦਾਰ ਨਾ ਕਮੇਟੀ ਵਾਲੇ ਕਹਿਣ ਲੱਗੇ ਬਾਬਾ ਜੀ ਬੜਾ ਵਧੀਆ ਕੀਰਤਨ ਕਰਿਆ। ਕਹਿੰਦੇ ਇੱਕ ਸਾਡੇ ਵੀ ਬਾਬਾ ਜੀ। ਮੈਂ ਅੱਛਾ ਜੀ ਬਹੁਤ ਵਧੀਆ। ਕਹਿੰਦੇ ਜੀ ਪਾਠ ਬਹੁਤ ਵਧੀਆ ਕਰਦਾ, ਨਜ਼ਾਰਾ ਲਿਆਉਂਦਾ। ਮੈਂ ਕਿਹਾ ਜੀ ਵਧੀਆ, ਫਿਰ ਪਾਠੀ ਤਾਂ ਵਧੀਆ ਹੋਣਾ ਚਾਹੀਦਾ, ਮਾੜੇ ਦਾ ਕੀ ਕੰਮ। ਕਹਿੰਦੇ ਬਸ ਮਾੜੀ ਜੀ ਘਾਟ ਆ। ਮੈਂ ਕਿਹਾ ਮਾੜੀ ਜੀ ਘਾਟ? ਕਹਿੰਦੇ ਬਸ ਜਿਉਂ ਹੀ ਮਾੜੀ ਜੀ ਘਾਟ ਆ, ਪਰ ਮੇਰੇ ਤੋਂ ਵੀ ਰਿਹਾ ਨਹੀਂ ਗਿਆ। ਮੈਂ ਕਿਹਾ ਦੱਸੋ ਤਾਂ ਸੀ ਮਾੜੀ ਜੀ ਉਹ ਹੈ ਘਾਟ ਕਿਹੜੀ ਹੈ, ਪੂਰੀ ਕਰ ਦਿੰਦੇ ਆ। ਕਹਿੰਦੇ ਬਸ ਥੋੜੀ ਜਿਹੀ। ਮੈਂ ਦੱਸੋ ਤਾਂ ਸੀ ਵੀ ਕਿੰਨੀ ਕਿਹੜੀ ਘਾਟ ਆ, ਦੱਸੋ ਪਤਾ ਲੱਗੇ। ਕਹਿੰਦੇ ਜੀ ਜਿਹੜਾ ਸਾਡਾ ਪਾਠੀ ਆ ਨਾ ਬਾਬਾ ਮਾੜੀ ਜੀ ਘਾਟ ਆ, ਬਸ ਪੈਗ ਲਾ ਕੇ ਪਾਠ ਕਰਦਾ। ਆਖੋ ਸਤਨਾਮ ਵਾਹਿਗੁਰੂ ਜੀ। ਲੈ ਮਾੜੀ ਜੋ ਦੱਸਦੇ ਨੇ ਪਤੰਦਰ, ਕਹਿੰਦੇ ਮਾੜੀ ਜੀ ਘਾਟ ਆ। ਉਹ ਇਹ ਤਾਂ ਬਹੁਤ ਵੱਡੀ ਘਾਟ ਆ, ਇਹ ਮਾੜੀ ਮੋਟੀ ਥੋੜੂ ਆ। ਇਹ ਤਾਂ ਗੁਰਮੁਖ ਪਿਆਰਿਓ ਇਹੋ ਜਿਹੇ ਪਾਠੀ ਨੂੰ ਰੱਖਣ ਵਾਲੇ ਵੀ ਤੇ ਇਹੋ ਜਿਹਾ ਪਾਠੀ ਵੀ ਪਾਪਾਂ ਦਾ ਭਾਗੀ ਆ। ਆਖੋ ਸਤਨਾਮ ਵਾਹਿਗੁਰੂ ਜੀ। ਬੜੇ ਐਸੇ ਲੋਕ ਅੱਜ ਦੁਨੀਆ ਦੇ ਉੱਤੇ ਕੁਛ ਨਾ ਕੁਛ ਸਾਨੂੰ ਥਾਂ ਥਾਂ ਤੇ ਜਾਣਾ ਪੈਂਦਾ, ਕਿਉਂਕਿ ਦਾਸ ਦੀ ਡਿਊਟੀ ਪਹਿਲਾਂ ਜਿਹੜਾ ਸਾਡਾ ਮੰਚ ਬਣਾਇਆ ਹੋਇਆ ਨਾ, ਆ ਸੁਣ ਲਿਓ ਧਿਆਨ ਦੇ ਨਾਲ ਬਚਨ ਸਾਰੇ। ਪਹਿਲਾਂ ਇੰਟਰਨੈਸ਼ਨਲ ਢਾਡੀ ਸੰਗੀਤਕਾਰ ਮੰਚ ਰਜਿਸਟਰਡ ਪੰਜਾਬ ਸਰਕਾਰ ਵੱਲੋਂ ਸਾਡਾ ਇਹ ਮੰਚ ਬਣਾਇਆ ਹੋਇਆ, ਰਜਿਸਟਰਡ ਆ ਸਰਕਾਰ ਵੱਲੋਂ, ਜਿਨ੍ਹਾਂ ਦਾ ਪਹਿਲਾਂ ਮੈਨੂੰ ਨਾਭੇ ਦਾ ਪ੍ਰਧਾਨ ਬਣਾਇਆ ਹੋਇਆ ਸੀ। ਤੇ ਆ ਹੁਣ ਥੋੜੇ ਦਿਨਾਂ ਦੇ ਪਿੱਛੇ ਤਪੋਵਨ ਢੱਕੀ ਸਾਹਿਬ ਦੀ ਧਰਤੀ ਤੇ ਉੱਥੇ ਗੁਰਮੁਖ ਪਿਆਰਿਓ ਅਸੀਂ ਗੁਰੂ ਘਰਾਂ ਦੇ ਵਿੱਚ ਜਾ ਕੇ ਥਾਂ ਥਾਂ ਦੇ ਘਰਾਂ ਦੇ ਵਿੱਚ ਗੁਰੂ ਘਰਾਂ ਵਿੱਚ ਜਾ ਕੇ ਦੇਖਭਾਲ ਕਰਦੇ ਰਹੇ ਤੇ ਲੜਕੀਆਂ ਦੇ ਵਿਆਹ ਕਰਦੇ ਰਹੇ। ਤਾਂ ਗੁਰਮੁਖ ਪਿਆਰਿਓ ਐਸੇ ਕੰਮ ਕੀਤੇ ਜਿਹੜੇ ਸਾਰਿਆਂ ਨੂੰ ਚੰਗੇ ਲੱਗੇ। ਉਹਨਾਂ ਨੇ ਪਿੱਛੇ ਜੇ ਮੈਨੂੰ ਇੰਟਰਨੈਸ਼ਨਲ ਢਾਡੀ ਸੰਗੀਤਕਾਰ ਮੰਚ ਰਜਿਸਟਰਡ ਪੰਜਾਬ, ਸਾਰੇ ਪੰਜਾਬ ਦਾ, ਪਹਿਲਾਂ ਇਕੱਲੇ ਨਾਭੇ ਦਾ ਸੀ, ਸਾਰੇ ਪੰਜਾਬ ਦਾ ਮੀਤ ਪ੍ਰਧਾਨ ਬਣਾ ਦਿੱਤਾ। ਆਖੋ ਸਤਨਾਮ ਵਾਹਿਗੁਰੂ ਜੀ। ਆਪਾਂ ਨੇ ਇੱਥੇ ਦਫ਼ਤਰ ਬਣਾਇਆ, ਇੱਥੇ ਵੱਡੇ ਵੱਡੇ ਫੈਸਲੇ ਹੋਇਆ ਕਰਨਗੇ। ਜਿਹੜੇ ਆਲੇ ਦੁਆਲੇ ਇਲਾਕੇ ਦੇ ਪਾਠੀ ਨੇ ਜਾਂ ਕਮੇਟੀਆਂ ਵਾਲੇ ਨੇ, ਕੋਈ ਵੀ ਆ, ਉਹ ਇਸ ਜਗ੍ਹਾ ਦੇ ਉੱਤੇ ਫੈਸਲੇ ਹੋਇਆ ਕਰਨਗੇ। ਬੋਰਡ ਲੱਗ ਚੁੱਕੇ ਨੇ, ਸਾਰੀਆਂ ਤਿਆਰੀਆਂ ਹੋ ਗਈਆਂ ਨੇ, ਬੜਾ ਸਾਰਾ ਦਫ਼ਤਰ ਬਣ ਗਿਆ, ਅੰਦਰ ਸਾਰੀਆਂ ਫੋਟੋਆਂ ਲੱਗ ਗਈਆਂ ਨੇ। ਥੋੜੇ ਦਿਨਾਂ ਦੇ ਵਿੱਚ ਅਸੀਂ ਨੇ ਉਦਘਾਟਨ ਕਰਦਾ। ਬੜੇ ਇੱਥੇ ਸਾਧੂ ਸੰਤ ਪਹੁੰਚਣਗੇ, ਬੜੇ ਰਾਗੀ ਢਾਡੀ ਕਥਾਵਾਚਕ ਕਵੀਸ਼ਰ ਪਹੁੰਚਣਗੇ। ਆਪਾਂ ਸਾਰਿਆਂ ਨੂੰ ਤੁਹਾਨੂੰ ਵੀ ਸੱਦਾ ਦੇਵਾਂਗੇ, ਕੀਰਤਨ ਦੀਆਂ ਹਾਜ਼ਰੀਆਂ ਵੀ ਭਰਾਂਗੇ, ਢਾਡੀ ਵੀ ਲਾਵਾਂਗੇ ਤੇ ਸਾਰਿਆਂ ਨੇ ਰਲ ਮਿਲ ਕੇ ਆਪਾਂ ਨੇ ਇਸੇ ਤਰ੍ਹਾਂ ਪ੍ਰੋਗਰਾਮ ਕਰਨਾ। ਸੋ ਅਸੀਂ ਅੱਗੇ 1 ਤਰੀਕ ਆ ਰਹੀ ਆ, 1 ਮਈ ਆ ਰਹੀ ਹੈ, 1 ਮਈ ਤਰੀਕ। ਸੁਣੋ ਧਿਆਨ ਦੇ ਨਾਲ, ਕੋਈ ਆਪਣੇ ਰਿਸ਼ਤੇਦਾਰਾਂ ਦੇ ਵਿੱਚ, ਕੋਈ ਆਪਣੇ ਨਗਰ ਦੇ ਵਿੱਚ ਹੋਵੇ ਤਾਂ ਸਾਨੂੰ ਮੇਰੇ ਨਾਲ ਜ਼ਰੂਰ ਸੰਪਰਕ ਕਰ ਲਿਓ। 21 ਲੜਕੀਆਂ ਦੇ ਵਿਆਹ ਕਰਨੇ, 21 ਲੜਕੀਆਂ ਦੇ 20 ਤੇ 1, 21 ਲੜਕੀਆਂ ਦੇ ਵਿਆਹ ਕਰਨੇ ਨੇ ਅਸੀਂ ਮੋਰਿੰਡੇ ਦੀ ਧਰਤੀ ਤੇ ਨਗਰ ਕੁਲਹੇੜੀ ਵਿਖੇ। ਕੱਲ ਹੀ ਮੈਂ ਨਗਰ ਕੀਰਤਨ ਕਰਕੇ ਆਇਆ, ਉੱਥੇ ਅਸੀਂ ਮੰਚ ਵੱਲੋਂ 21 ਵਿਆਹ ਕਰਨੇ ਨੇ ਲੜਕੀਆਂ ਦੇ, ਗਰੀਬ ਲੜਕੀਆਂ ਦੇ, ਜਿਨ੍ਹਾਂ ਨੂੰ ਗੁਰਮੁਖ ਪਿਆਰਿਓ ਬਾਕਸ ਬੈੱਡ ਦਿੱਤੇ ਜਾਣੇ ਨੇ, ਸੋਫਾ ਸੈੱਟ ਦਿੱਤਾ ਜਾਣਾ ਤੇ ਮੇਜ਼ ਕੁਰਸੀਆਂ ਟੇਬਲ ਅਤੇ
ਪੱਖਾ, ਮਸ਼ੀਨ, ਲਵਾਰੀ, ਸੀਸਾ ਜੋ ਆਪਾਂ ਸਾਰੇ ਆਪਣੀ ਲੜਕੀ ਨੂੰ ਦਿੰਦੇ ਆ ਨਾ, 61 ਭਾਂਡੇ ਤੇ ਸੂਟ ਸਾਰੇ ਦਿੱਤੇ ਜਾਣੇ ਨੇ। 1 ਮਈ ਨੂੰ ਵਿਆਹ ਕਰਾਂਗੇ। ਜਿਨ੍ਹਾਂ ਦੇ ਕੋਈ ਰਿਸ਼ਤੇਦਾਰਾਂ ਦੇ ਵਿੱਚ ਗਰੀਬ ਪਰਿਵਾਰ ਆ ਜਾਂ ਆਪਣੇ ਨਗਰ ਦੇ ਵਿੱਚ ਕੋਈ ਐਸਾ ਪਰਿਵਾਰ ਆ, ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ। ਅਸੀਂ 1 ਤਰੀਕ ਨੂੰ ਸਾਰਿਆਂ ਦੇ ਧੂਮਾ ਧਾਮੀ ਦੇ ਨਾਲ 21 ਵਿਆਹ ਕਰਨੇ ਨੇ ਤੇ ਉੱਥੇ ਸਾਰਾ ਇੱਕ ਲੰਗਰ ਪਾਣੀ, ਹੋਰ ਮਠਿਆਈਆਂ, ਪਕੌੜੇ ਸਕੌੜੇ, ਬਰਫੀਆਂ, ਸਾਰਾ ਜਿਵੇਂ ਬਰਾਤਾਂ ਦਾ ਹੁੰਦਾ ਇਸੇ ਤਰ੍ਹਾਂ ਕੀਤਾ ਜਾਵੇਗਾ। ਇਹ ਨੋਟ ਕਰ ਲਿਓ ਗੱਲ। ਜਿਹਦੇ ਰਿਸ਼ਤੇਦਾਰੀ 'ਚ ਕੋਈ ਜਾਂ ਕੋਈ ਆਪਣੇ ਨਗਰ ਦੇ ਵਿੱਚ ਕਿਤੇ ਵੀ ਹੋਵੇ, ਉਹ ਮੇਰੇ ਨਾਲ ਸੰਪਰਕ ਕਰ ਲਿਓ। ਮੇਰੇ ਲਈ ਨਾਂ ਲਿਖਾ ਸਕਦੇ ਆ। 1 ਮਈ ਨੂੰ 21 ਲੜਕੀਆਂ ਦੇ ਵਿਆਹ ਕੀਤੇ ਜਾਣੇ, ਸਾਰਾ ਸਮਾਨ ਦਿੱਤਾ ਜਾਣਾ। ਰਹੋ ਵਿਚਾਰ ਆਪਣੇ ਹੋਰੇ ਪਾਸੇ ਨੂੰ ਚਲੀ ਗਈ। ਕਹਿੰਦੇ ਜੀ ਬਸ ਮਾੜੀ ਜੀ ਘਾਟ ਆ। ਘਾਟ ਕੀ ਆ? ਕਹਿੰਦੇ ਜੀ ਪੈਗ ਲਾ ਕੇ ਹੀ ਬਸ ਪਾਠ ਕਰਦਾ ਆਖੋ ਸਤਿਨਾਮ। ਕਹਿੰਦੇ ਮਾੜੀ ਜੀ ਘਾਟ ਆ, ਮੈਂ ਤਾਂ ਬਹੁਤ ਵੱਡੀ ਘਾਟ ਹੈ। ਫਿਰ ਮੈਂ ਕਿਹਾ ਵੀ ਇੱਕ ਵਾਰੀ ਮੈਨੂੰ ਗ੍ਰੰਥੀ ਨੂੰ ਮਿਲਾ ਦਿਓ। ਉਹ ਗ੍ਰੰਥੀ ਹੈ ਕਿਹੜਾ? ਫਿਰ ਮੈਂ ਉਹਦੇ ਕਲਾਸ ਲਾਈ, ਅੱਧਾ ਘੰਟਾ ਲਾਇਆ ਤਾਂ ਗੁਰਮੁਖ ਪਿਆਰਿਓ ਉਹ ਫਿਰ ਖੰਡੇ ਵਾਟੇ ਦਾ ਅੰਮ੍ਰਿਤ ਛਕ ਕੇ ਦੁਬਾਰਾ ਸਦਾਈ ਕਰਕੇ ਉਹਨਾਂ ਨੂੰ ਫਿਰ ਬਰਤਨਾਂ ਦੀ ਸੇਵਾ ਲਾਈ। ਫਿਰ ਗੁਰਮੁਖ ਪਿਆਰਿਓ ਹੁਣ ਲੈਣ ਦੇ ਉੱਤੇ ਚੜੇ ਆਖੋ ਸਤਿਨਾਮ ਵਾਹਿਗੁਰੂ ਜੀ। ਬੜੇ ਐਸੇ ਮਿਲਦੇ ਨੇ। ਵਿਚਾਰ ਚੱਲ ਰਹੀ ਸੀ, ਕੰਗਣ ਰਾਣੀ ਨੇ ਪਾਲਿਆ। ਕਹਿਣ ਲੱਗੀ ਆ ਦੇਖੋ ਕੰਗਣ। ਕਹਿੰਦੀ ਰਾਣੀ ਸਾਹਿਬਾ ਕੰਗਣ ਤਾਂ ਬੜਾ ਜੱਚਦਾ, ਜੇ ਕਿਹਦੇ ਨਾਲ ਦਾ ਦੂਸਰੇ ਹੱਥ ਦੇ ਵਿੱਚ ਵੀ ਪਾਇਆ ਹੋਵੇ ਨਾ ਫਿਰ ਹੋਰ ਵੀ ਗੱਲ ਬਣ ਜੇ ਆਖੋ ਸਤਿਨਾਮ ਵਾਹਿਗੁਰੂ ਜੀ। ਫਿਰ ਹੋਰ ਵੀ ਗੱਲ ਬਣ ਜੇ। ਕਹਿੰਦੀ ਲੈ ਇਹ ਕਿਹੜਾ ਬਹੁਤੀ ਵੱਡੀ ਗੱਲ, ਮੈਂ ਹੁਣ ਰਾਜੇ ਨੂੰ ਕਹਿ ਦਿੰਦੀ ਆ। ਰਾਜੇ ਨੂੰ ਕਹਿਣ ਲੱਗੇ ਰਾਜਨ ਮੈਨੂੰ ਇੱਕ ਇਹਦੇ ਨਾਲ ਦਾ ਕੰਗਣ ਹੋਰ ਚਾਹੀਦਾ। ਕਹਿੰਦੀ ਜੇ ਨਾ ਮੈਨੂੰ ਕੰਗਣ ਮਿਲਿਆ ਮੈਂ ਤਾਂ ਮਰੂੰਗੀ। ਰਾਜਾ ਕਹਿੰਦਾ ਉੱਠ, ਤੇਰੇ ਨੂੰ ਮਰਨ ਦੀ ਕੀ ਲੋੜ ਆ? ਆਪਾਂ ਪੰਡਤ ਨੂੰ ਸੱਦਦੇ ਆ, ਕੰਗਣ ਤੈਨੂੰ ਹੁਣੀ ਦਵਾ ਦਿੰਦੇ ਆ। ਫਿਰ ਭੇਜੇ ਗੁਰਮੁਖ ਪਿਆਰੇ ਪਹਿਰੇਦਾਰ। ਕਹਿੰਦੇ ਪੰਡਤ ਜੀ ਰਾਜੇ ਨੇ ਚੇਤੇ ਕੀਤਾ, ਆਓ ਤੈਨੂੰ ਬੁਲਾ ਰਹੇ ਆ। ਕਹਿੰਦੇ ਜੀ ਚਲੋ। ਪੰਡਤ ਫਿਰ ਰਾਜੇ ਦੇ ਕੋਲ ਚਲਿਆ ਗਿਆ। ਕਹਿਣ ਲੱਗੇ ਪੰਡਤ ਜੀ ਇਹਦੇ ਨਾਲ ਦਾ ਇੰਨ ਬਿਨ ਕੰਗਣ ਚਾਹੀਦਾ, ਇਹਦੇ ਨਾਲ ਦਾ। ਹੁਣ ਪੰਡਤ ਪੈ ਗਏ ਚੱਕਰਾਂ 'ਚ ਵੀ ਹੁਣ ਇਹਦੇ ਨਾਲ ਦਾ ਕਿੱਥੇ ਲੈ ਕੇ? ਤਾਂ ਭਗਤ ਰਵਿਦਾਸ ਜੀ ਨੂੰ ਗੰਗਾ ਨੇ ਦਿੱਤਾ ਜੀ, ਭਗਤ ਰਵਿਦਾਸ ਵਾਸਤੇ। ਇਹ ਤਾਂ ਮੈਂ ਲਾਲਚ ਦੇ ਵਿੱਚ ਆ ਕੇ ਲੈ ਕੇ ਆ। ਪੰਡਤ ਕਹਿਣ ਲੱਗਾ ਜੀ ਇਹਦੇ ਨਾਲ ਦਾ ਨਹੀਂ ਮਿਲਣਾ। ਕਹਿੰਦਾ ਵੀ ਇਹਦੇ ਨਾਲ ਦਾ ਚਾਹੀਦਾ। ਕਹਿੰਦਾ ਨਹੀਂ ਇਹਦੇ ਨਾਲ ਦਾ ਨਹੀਂ ਮਿਲਣਾ, ਹੁਣ ਨਹੀਂ ਮਿਲਣਾ। ਰਾਣੀ ਕਹਿੰਦੀ ਮੈਂ ਮਰੂੰਗੀ ਜੇ ਨਾ ਕੰਗਣ ਮਿਲਿਆ। ਇਧਰੋਂ ਗੁਰਮੁਖ ਪਿਆਰੇ ਫਸ ਗਿਆ ਪੰਡਤ ਵਿਚਾਲੇ। ਪੰਡਤ ਨੂੰ ਫਿਰ 1 ਹਫ਼ਤੇ ਦੀ ਮੌਲਤ ਦੇ ਦਿੱਤੀ। ਕਹਿੰਦੇ ਪੰਡਤਾ ਜੇ 1 ਹਫ਼ਤੇ ਦੇ ਵਿੱਚ ਇਹਦੇ ਨਾਲ ਦਾ ਕੰਗਣ ਨਾ ਪੈਦਾ ਕੀਤਾ ਨਾ ਫਿਰ ਤੇਰਾ ਸਾਰਾ ਪਰਿਵਾਰ ਕੋਲੋਂ ਰਾਹੀ ਪੀੜ ਦਿੱਤਾ ਜਾਏਗਾ। ਆਖੋ ਸਤਿਨਾਮ ਵਾਹਿਗੁਰੂ ਜੀ। ਸਿੜਤੀ ਨਾ ਕੰਗਣ ਨੇ ਜਾਨ ਸਿਆਪਾ ਸਿੜ ਦਿੱਤਾ। ਜੇ ਭਗਤ ਰਵਿਦਾਸ ਦੀ ਅਮਾਨਤ ਸਤਿਗੁਰੂ ਰਵਿਦਾਸ ਨੂੰ ਦੇ ਦਿੰਦਾ ਫਿਰ ਇੰਨਾ ਸਿਆਪਾ ਕਿਉਂ ਸਿੜਨਾ ਸੀ? ਮਹਾਰਾਜ ਜੀ ਕਹਿੰਦੇ ਪਰਾਈ ਅਮਾਨਤ ਦਿੱਤਿਆਂ ਹੀ ਸੁੱਖ ਹੋਏ। ਜੇ ਕੋਈ ਆਪਾਂ ਨੂੰ ਅਮਾਨਤ ਸਮਾ ਦਿੰਦਾ, ਕੋਈ ਵਸਤੂ ਸਮਾ ਦਿੰਦਾ, ਜਿੰਨਾ ਚਿਰ ਉਹਨੂੰ ਆਪਾਂ ਵਾਪਸ ਨਹੀਂ ਕਰਦੇ ਉਹਨਾਂ ਚਿਰ ਮਨ ਨਹੀਂ ਟਿਕਦਾ, ਸ਼ਾਂਤੀ ਨਹੀਂ ਆਉਂਦੀ। ਆਖੋ ਸਤਿਨਾਮ। ਤਾਂ 1 ਹਫ਼ਤੇ ਦੀ ਮੌਲਤ ਦਿੱਤੀ। ਦਿਨ ਭੱਜੇ ਜਾ ਰਹੇ ਨੇ, ਦਿਨ ਭੱਜੇ ਜਾ ਰਹੇ ਨੇ। ਹੁਣ ਪੰਡਤ ਨਾ ਕੁਝ ਸਕਦਾ, ਨਾ ਕੋਈ ਖਾਂਦਾ ਨਾ ਪੀਂਦਾ। ਹੁਣ ਪਰਿਵਾਰ ਦਿਖ ਰਿਹਾ ਵੀ ਜੇ ਨਾ ਕੰਗਣ ਮਿਲਿਆ ਸਾਰਾ ਪਰਿਵਾਰ ਕੋਲੋਂ ਰਾਹੀ ਪੀੜ ਦਿੱਤਾ ਜਾਏਗਾ। ਕੀ ਕਰਾਂ ਦੱਸ ਨਹੀਂ ਰਿਹਾ। ਘਰ ਵਾਲੀ ਨੂੰ ਵੀ ਨਹੀਂ ਗੱਲ ਕਰੀ। ਜਦੋਂ 1 ਦਿਨ ਰਹਿ ਗਿਆ ਨਾ, ਮੰਨ ਲਾ ਵੀ ਜਿਵੇਂ ਹੁਣ ਸਵੇਰ ਆਣੀ ਆ, ਹੁਣ ਘਰ ਵਾਲੀ ਨੂੰ ਪੁੱਛਦੀ ਆ। ਘਰ ਵਾਲੀ ਕਹਿੰਦੀ ਤੁਸੀਂ ਨਾ ਕੁਝ ਖਾ ਰਹੇ ਹੋ ਨਾ ਕੁਝ ਪੀ ਰਹੇ ਹੋ, ਤੁਹਾਡਾ ਰੰਗ ਵੀ ਪੀਲਾ ਹੋ ਗਿਆ, ਕਾਰਨ ਕੀ ਆ? ਅੱਜ ਸੱਚ ਬੋਲਣ ਲੱਗੇ। ਆਖੋ ਸਤਿਨਾਮ ਵਾਹਿਗੁਰੂ ਜੀ। ਘਰ ਵਾਲੀ ਦੇ ਕੋਲ ਅੱਜ ਸੱਚ ਬੋਲਣ ਲੱਗਿਆ ਪੰਡਤ। ਕਹਿੰਦਾ ਭਾਗਵਾਨੇ ਆ ਜਿਹੜਾ ਤੈਨੇ ਕੰਗਣ ਹੱਥ ਵਿੱਚ ਪਾਇਆ ਨਾ, ਇਸੇ ਕੰਗਣ ਦੇ ਸਿਆਪੇ ਛਿੜੇ ਹੋਏ ਨੇ। ਆਖੋ ਸਤਿਨਾਮ
ਉਹ ਕਹਿੰਦੀ ਹੋ ਕੀ ਗਿਆ ਜੀ ਐਸਾ? ਕਹਿੰਦਾ ਜਿਹੜਾ ਕੰਗਣ ਸੀ ਨਾ ਇਹ ਰਾਣੀ ਨੇ ਪਾ ਲਿਆ, ਹੁਣ ਹਿੰਡ ਕਰ ਲਈ ਰਾਣੀ ਨੇ ਵੀ ਇਹਦੇ ਨਾਲ ਦਾ ਕੰਗਣ ਚਾਹੀਦਾ, ਜੇ ਨਾ ਕੰਗਣ ਮਿਲਿਆ ਸਾਰਾ ਪਰਿਵਾਰ ਕੋਲੋਂ ਰਾਹੀ ਪੀੜ ਦਿੱਤਾ ਜਾਏਗਾ, ਇਸ ਕਰਕੇ ਮੇਰਾ ਹਾਲਾਤ ਇਹ ਹੋਏ ਨੇ। ਕਹਿੰਦੀ ਲੈ ਤੁਹਾਡੇ ਇੰਨੇ ਸੇਵਕ ਨੇ, ਇੰਨੇ ਤੁਹਾਡੇ ਸ਼ਰਧਾਲੂ ਨੇ, ਉਹਨਾਂ ਤੋਂ ਕੰਗਣ ਲਿਆ ਕੇ ਹੋਰ ਦੇ ਦਿਓ। ਕਹਿੰਦਾ ਪੰਡਤਾਣੀਏ ਮੇਰੇ ਕਾਹਨੂੰ ਸ਼ਰਧਾਲੂ ਨੇ, ਮੈਂ ਤਾਂ ਐਵੇਂ ਫੋਕਰੀ ਦੇ ਵਿੱਚ ਆ ਗਿਆ ਸੀ। ਇਹ ਤਾਂ ਕੰਗਣ ਗੰਗਾ ਨੇ ਰਵਿਦਾਸ ਜੀ ਨੂੰ ਦਿੱਤਾ ਸੀ, ਉਹਨਾਂ ਦਾ ਕੰਗਣ ਸੀ, ਉਹਨਾਂ ਦੀ ਮਾਨਤ ਸੀ, ਮੈਂ ਲਾਲਚ ਦੇ ਵਿੱਚ ਆ ਗਿਆ। ਜੇ ਕੰਗਣ ਕੱਲ ਤੱਕ ਰਾਜੇ ਦੇ ਕੋਲ ਨਾ ਪਹੁੰਚਿਆ ਤੇ ਆਪਣਾ ਤਾਂ ਸਾਰਾ ਪਰਿਵਾਰ ਕੋਲੋਂ ਰਾਹੀ ਪੀੜ ਦਿੱਤਾ ਜਾਏਗਾ। ਆਖੋ ਸਤਨਾਮ। ਕਹਿੰਦਾ ਹੁਣ ਕੀ ਕਰੀਏ? ਰਾਣੀ ਵਾਹਿਗੁਰੂ ਪੰਡਤਾਣੀ ਕਹਿਣ ਲੱਗੀ ਕਰਨਾ ਕੀ ਆ? ਹੁਣ ਜਾ ਕੇ ਸਤਿਗੁਰੂ ਰਵਿਦਾਸ ਦੇ ਚਰਨਾਂ ਦੇ ਉੱਤੇ ਡਿੱਗੀਏ, ਜਾ ਕੇ ਉਹੀ ਕਿਰਪਾ ਕਰਨਗੇ। ਆਖੋ ਸਤਨਾਮ ਵਾਹਿਗੁਰੂ ਜੀ। ਜਿਉਂ ਤੜਕੀ ਗੁਰਮੁਖ ਪਿਆਰਿਓ, ਰਾਤ ਨੂੰ ਨੀਂਦ ਨੇ ਤੜਕੀ ਹਨੇਰੇ ਹਨੇਰੇ, ਦਿਨ ਵੀ ਨਹੀਂ ਚੜਿਆ, ਹਜੇ ਦਿਨ ਨਹੀਂ ਚੜਿਆ, ਥੋੜਾ ਜਿਹਾ ਸੁਹਾਕਲਾ ਜਿਹਾ ਹੋਇਆ। ਜਦੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਪਰੀ ਤੋਂ ਬਾਹਰ ਆਉਣ ਲੱਗੇ ਤਾਂ ਗੁਰਮੁਖ ਪਿਆਰੇ ਦੋਨੇ ਜਣੇ ਪੰਡਤਾਣੀ ਤੇ ਪੰਡਤ ਜਿਹੜੇ ਭਿੱਟ ਮੰਨਦੇ ਸੀ, ਜਿਹੜੀ ਦਮੜੀ ਥੱਲੇ ਸੁਟਾ ਕੇ ਰੇਤੇ ਵਿੱਚ ਮਲ ਕੇ ਚੱਕਦੇ ਸੀ, ਤਾਂ ਗੁਰਮੁਖ ਪਿਆਰੇ ਉਹੀ ਪੰਡਤ ਜਿਹੜੇ ਭਗਤ ਰਵਿਦਾਸ ਮਹਾਰਾਜ ਜੀ ਦਾ ਪਰਛਾਵਾਂ ਨਹੀਂ ਸੀ ਤੱਕਦੇ, ਅੱਜ ਉਹੀ ਪੰਡਤ ਤੇ ਪੰਡਤਾਣੀ ਦੋਵੇਂ ਜਣੇ ਭਗਤ ਰਵਿਦਾਸ ਜੀ ਦੇ ਚਰਨਾਂ ਦੇ ਉੱਤੇ ਡਿੱਗ ਪਏ। ਆਖੋ ਸਤਨਾਮ ਵਾਹਿਗੁਰੂ ਜੀ। ਚਰਨਾਂ ਦੇ ਉੱਤੇ ਡਿੱਗੇ। ਸਤਿਗੁਰੂ ਰਵਿਦਾਸ ਜੀ ਬੜੇ ਹੈਰਾਨ ਤੇ ਪਰੇਸ਼ਾਨ ਹੋਏ ਵੀ ਇਹ ਤਾਂ ਬੰਦੇ ਕਦੇ ਪਰਛਾਵਾਂ ਨਹੀਂ ਸੀ ਤੱਕਦੇ, ਦਮੜੀ ਵੀ ਰੇਤੇ ਦੇ ਵਿੱਚ ਮਲ ਕੇ ਫਿਰ ਚੱਕਦੇ ਸੀ। ਤਾਂ ਗੁਰਮੁਖ ਪਿਆਰਿਓ ਸਤਿਗੁਰੂ ਰਵਿਦਾਸ ਮਹਾਰਾਜ ਜੀ ਕਹਿਣ ਲੱਗੇ, ਹਾਂ ਪੰਡਤ ਜੀ ਦੇਖਿਓ ਤੜਕੀ ਤੜਕੀ ਕੀ ਹੋ ਗਿਆ? ਤੁਸੀਂ ਤਾਂ ਸਾਡਾ ਪਰਛਾਵਾਂ ਨਹੀਂ ਸੀ ਤੱਕਦੇ, ਅੱਜ ਸਾਡੇ ਪੈਰਾਂ ਨੂੰ ਹੱਥ ਪਾਈ ਬੈਠੇ ਹੋ। ਕਹਿੰਦੇ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਹਿ ਤੋਪੈ ਸੁਆਮੀ ਮਾਨਸ ਕੀ ਗਤੇ। ਕਿਰਪਾ ਕਰੋ ਦੀਨ ਕੇ ਦਾਤੇ, ਔਗਣ ਬਹੁਤੇ ਨੇ ਗੁਣ ਨਹੀਂ ਹੈ, ਕਿਰਪਾ ਕਰੋ। ਸਤਿਗੁਰੂ ਰਵਿਦਾਸ ਜੀ ਕਹਿਣ ਲੱਗੇ ਦੱਸੋ ਤਾਂ ਕੀ ਹੋਇਆ? ਕਹਿੰਦੇ ਜੀ ਜਿਹੜਾ ਤੁਸੀਂ ਦਮੜੀ ਦਿੱਤੀ, ਗੰਗਾ ਨੇ ਪ੍ਰਵਾਨ ਕੀਤੀ, ਗੰਗਾ ਨੇ ਤੁਹਾਡੇ ਵਾਸਤੇ ਕੰਗਣ ਦਿੱਤਾ, ਉਹ ਮੈਂ ਲਾਲਚ ਦੇ ਵਿੱਚ ਆ ਕੇ ਆਪਣੇ ਘਰ ਲੈ ਗਿਆ। ਜਿਵੇਂ ਸਾਰਾ ਇਤਿਹਾਸ ਤੁਸੀਂ ਸੁਣਿਆ ਨਾ, ਇਸੇ ਤਰ੍ਹਾਂ ਭਗਤ ਰਵਿਦਾਸ ਮਹਾਰਾਜ ਜੀ ਨੇ ਦੱਸਿਆ। ਕਹਿੰਦੇ ਹੁਣ ਸਾਡੀ ਜਾਨ ਤੁਸੀਂ ਬਚਾ ਸਕਦੇ ਹੋ। ਆਖੋ ਸਤਨਾਮ ਵਾਹਿਗੁਰੂ ਜੀ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦਇਆ ਦੇ ਸਾਗਰ, ਦਇਆ ਦੇ ਵਿੱਚ ਆਏ। ਮਹਾਰਾਜ ਜੀ ਦੀ ਬਾਣੀ, ਮਹਾਰਾਜ ਜੀ ਕਹਿੰਦੇ ਹਮ ਸਰ ਦੀਨ ਦਿਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਜੈ, ਬਚਨੀ ਤੋਰ ਮੋਰ ਮਨ ਮਾਨੈ, ਜਨ ਕੋ ਪੂਰਨ ਦੀਜੈ, ਹਉ ਬਲ ਬਲ ਜਾਓ ਰਮਈਆ ਕਾਰਨੇ, ਕਾਰਨ ਕਵਨ ਅਬੋਲ, ਬਹੁਤ ਜਨਮ ਬਿਸਰੇ ਥੇ ਮਾਦੋ, ਇਹ ਜਨਮ ਤੁਮਾਰੇ ਲਿਖੇ, ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਪਿਓ ਦਰਸ਼ਨ, ਚਿਰ ਪਿਓ ਦਰਸ਼ਨ ਦੇਖੇ। ਐ ਸਾਡੇ ਬਾਣੀ ਕੰਠ ਹੋਣੀ ਚਾਹੀਦੀ ਆ, ਤਾਂ ਅਸੀਂ ਭਗਤ ਰਵਿਦਾਸ ਜੀ ਕਹਾ ਸਕਦੇ ਆ। ਇਹ ਨਹੀਂ ਗੁਰਮੁਖ ਪਿਆਰਿਓ ਸਾਲ ਬਾਅਦ ਜਾਗ ਪਏ ਵੀ ਚਲੋ ਭਾਈ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਆ ਗਿਆ, ਅਵਤਾਰ ਦਿਹਾੜਾ ਮਨਾਈਏ। ਸਦਾ ਗੁਰਬਾਣੀ ਪੜ੍ਹੋ। ਜੇ ਤੁਸੀਂ ਭਗਤ ਰਵਿਦਾਸ ਜੀ ਮਹਾਰਾਜ ਜੀ ਦੇ ਨਾਲ ਪਿਆਰ ਕਰਦੇ ਹੋ ਨਾ, ਸੱਚੇ ਰਵਿਦਾਸੀ ਕਹਾਉਂਦੇ ਹੋ, ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹੋ, ਭਗਤ ਰਵਿਦਾਸ ਮਹਾਰਾਜ ਜੀ ਦੀ ਬਾਣੀ ਪੜ੍ਹੋ, ਗੁਰਬਾਣੀ ਪੜ੍ਹੋ, ਫਿਰ ਅਸਲੀ ਭਗਤ ਬਣ ਸਕਦੇ ਹੋ। ਆਖੋ ਸਤਨਾਮ, ਫਿਰ ਬਣ ਸਕਦੇ ਹੋ। ਤਾਂ ਗੁਰਮੁਖ ਪਿਆਰਿਓ ਸਤਿਗੁਰੂ ਰਵਿਦਾਸ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਕੋਈ ਨਹੀਂ ਪੰਡਤ ਜੀ ਘਬਰਾਓ ਨਾ, ਕਰਦਿਆਂ ਤੁਹਾਡਾ ਮਸਲਾ ਹੱਲ, ਘਬਰਾਓ ਨਾ। ਫਿਰ ਗੁਰਮੁਖ ਪਿਆਰਿਓ ਜਿਹੜੀ ਜਦੋਂ ਜੋੜੇ ਗੰਢਦੇ ਹੁੰਦੇ ਸੀ ਨਾ, ਉਹ ਕੁੰਡਾ ਰੱਖਿਆ ਹੁੰਦਾ ਸੀ,
ਲਵੇ ਉਹ ਕੁੰਡੇ ਦੇ ਵਿੱਚ ਪਾਣੀ ਪਾਇਆ ਹੁੰਦਾ ਸੀ ਤਾਂ ਗੁਰਮੁਖ ਪਿਆਰਿਓ ਭਗਤ ਰਵਿਦਾਸ ਮਹਾਰਾਜ ਜੀ ਬੈਠੇ, ਪੰਡਤ ਬੈਠਾ, ਪੰਡਤਾਣੀ ਬੈਠੀ, ਤਾਂ ਗੁਰਮੁਖ ਪਿਆਰਿਓ ਇਤਿਹਾਸ ਦੱਸਦਾ ਕੁੰਡੇ ਦੇ ਵਿੱਚ ਗੰਗਾ ਚਲਦੀ ਵਿਖਾ ਦਿੱਤੀ। ਆਖੋ ਸਤਨਾਮ ਵਾਹਿਗੁਰੂ ਜੀ। ਜਿਹੜਾ ਕੁੰਡਾ ਰੱਖਿਆ ਹੁੰਦਾ ਸੀ ਨਾ, ਉਹਦੇ ਵਿੱਚ ਭਗਤ ਰਵਿਦਾਸ ਮਹਾਰਾਜ ਜੀਆਂ ਨੇ ਗੰਗਾ ਚਲਦੀ ਵਿਖਾ ਦਿੱਤੀ। ਉੱਥੇ ਗੰਗਾ ਪ੍ਰਗਟ ਕਰ ਲਈ। ਆਖੋ ਸਤਨਾਮ ਵਾਹਿਗੁਰੂ ਜੀ। ਪ੍ਰਗਟ ਕੀਤੀ ਤੇ ਗੁਰਮੁਖ ਪਿਆਰਿਓ ਇਨ ਬਿਨ ਉਹੇ ਜਾ ਕੰਗਣ। ਹੁਣ ਜਦੋਂ ਪੰਡਤਾਣੀ ਨੇ ਕੁੰਡੇ ਵੱਲ ਨੂੰ ਨਜ਼ਰ ਮਾਰੀ, ਉੱਥੇ ਕੰਗਣੇ ਕੰਗਣ ਨਜ਼ਰ ਆਉਂਦੇ ਨੇ। ਪੰਡਤਾਣੀ ਨੇ ਪਤਾ ਕੀ ਕਰਿਆ, ਪੰਡਤ ਦੇ ਹੁੱਜ ਜੀ ਮਾਰੀ, ਕਹਿੰਦੀ ਦੋ ਆਪਣੇ ਵਾਸਤੇ ਵੀ ਮੰਗ ਲਓ। ਉਹ ਕਹਿੰਦਾ ਰਹਿਣ ਦੇ ਭਾਗਵਾਨੇ, ਤੇਰੀ ਸਿਆਪੇ ਛਿੜੇ ਹੋਏ ਨੇ, ਜੇ ਤੂੰ ਕੰਗਣ ਹੱਥ 'ਚ ਪਾਇਆ ਤਾਂ ਮੇਰੀ ਜਾਨ ਕੜੱਕੀ ਦੇ ਵਿੱਚ ਫਸੀ ਆ। ਸੋ ਇਸ ਕਰਕੇ ਉਹ ਗੰਗਾ ਪ੍ਰਗਟ ਕਰਕੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀਆਂ ਨੇ ਉਹ ਕੰਗਣ ਦਿੱਤਾ ਤੇ ਕੰਗਣ ਲੈ ਕੇ ਗੁਰਮੁਖ ਪਿਆਰਿਓ ਰਾਜੇ ਨੂੰ ਦਿੱਤਾ। ਰਾਜੇ ਨੇ ਰਾਣੀ ਨੂੰ ਦਿੱਤਾ, ਹੱਥ ਵਿੱਚ ਪਾਇਆ ਤਾਂ ਰਾਣੀ ਖੁਸ਼ ਹੋਈ ਤਾਂ ਪੰਡਤ ਦੀ ਜਾਨ ਬਚੀ। ਆਖੋ ਸਤਨਾਮ ਵਾਹਿਗੁਰੂ ਜੀ। ਆਓ ਇੰਨਾ ਕੁ ਸਮਾਂ ਕਰ ਲਿਓ ਪ੍ਰਵਾਨ, ਕਿਉਂਕਿ ਇਤਿਹਾਸ ਬਹੁਤ ਵੱਡਾ ਇਤਿਹਾਸ ਹੈ। ਹਜੇ ਤਾਂ ਇਹਦਾ ਆਟੇ 'ਚ ਨੂਣ ਸੁਣਾਇਆ ਤੁਹਾਨੂੰ, ਆਟੇ 'ਚ ਨੂਣ। ਜੇ ਇਤਿਹਾਸ ਪੂਰਾ ਸੁਣਾ ਦਈਏ ਨਾ, ਕਈ ਦਿਨ ਕਈ ਰਾਤਾਂ ਲੰਘ ਜਾਣੀਆਂ ਨੇ। ਇਸ ਕਰਕੇ ਅੱਜ ਆਪਾਂ ਸਾਰਿਆਂ ਨੇ ਰਲ ਮਿਲ ਕੇ ਆ ਅਸਲੀ ਜਨਮ ਦਿਹਾੜਾ ਜਿਹੜਾ ਹੁਣ ਮਨਾਇਆ, ਰੋਟੀਆਂ ਤਾਂ ਆਪਾਂ ਰੋਜ਼ ਘਰੇ ਖਾਂਦੇ ਆ, ਪ੍ਰਸ਼ਾਦਾ ਪਾਣੀ ਤਾਂ ਰੋਜ਼ ਘਰੇ ਖਾਂਦੇ ਆ। ਆਹ ਕੋਈ ਗੁਰੂ ਇਤਿਹਾਸ ਦੀ ਗੱਲ ਹੋਵੇ, ਗੁਰਬਾਣੀ ਦੀ ਗੱਲ ਹੋਵੇ, ਭਗਤ ਰਵਿਦਾਸ ਜੀ ਮਹਾਰਾਜ ਜੀ ਦੀ ਯਾਦ ਵਿੱਚ ਸਾਰੇ ਅਸੀਂ ਰਲ ਮਿਲ ਕੇ ਬੈਠੀਏ, ਉਹਦੇ ਪਿਆਰ ਦੇ ਵਿੱਚ ਬੈਠੀਏ। ਸੋ ਬਹੁਤ ਬਹੁਤ ਧੰਨਵਾਦ। ਭਾਵੇਂ ਮੈਂ ਵੀ 24 ਤਰੀਕ ਦਾ ਗਿਆ ਹੋਇਆ ਸੀ, 24 ਤਰੀਕ ਦੇ ਹੀ ਰਾਤ ਦੇ ਵੀ ਦੀਵਾਨ ਚੱਲ ਰਹੇ ਸੀ ਭਗਤ ਰਵਿਦਾਸ ਜੀ ਦੇ ਅਵਤਾਰ ਦਿਹਾੜੇ ਦੇ ਸੰਬੰਧ ਵਿੱਚ। ਵੱਖ-ਵੱਖ ਨਗਰਾਂ ਦੇ ਵਿੱਚ, ਰੋਪੜ ਜ਼ਿਲ੍ਹੇ ਦੇ ਵਿੱਚ, ਚਮਕੌਰ ਸਾਹਿਬ ਦੇ ਆਲੇ ਦੁਆਲੇ, ਰੌਣੀ ਕਲਾਂ ਪਿੰਡ, ਕਲਹੇੜੀ ਪਿੰਡ, ਹੋਰ ਕਈ ਪਿੰਡ, ਇਸ ਤਰ੍ਹਾਂ ਦਿਨ ਦੇ ਵੀ ਦੀਵਾਨ ਹੁੰਦੇ ਸੀ ਤੇ ਰਾਤ ਦੇ ਵੀ ਦੀਵਾਨ ਹੁੰਦੇ ਸੀ। ਤੇ ਅੱਜ ਗੁਰਮੁਖ ਪਿਆਰਿਓ ਹਾਜ਼ਰੀ ਭਰ ਕੇ ਇੱਥੇ ਪਹੁੰਚਿਆ। ਮੈਂ ਉੱਥੇ ਨਾ ਝੂਠ ਬੋਲਿਆ ਸਾਜਰੇ ਆਉਣ ਦਾ ਮਾਰਿਆ ਨੇ। ਮੈਂ ਕਿਹਾ ਵੀ ਮੈਂ ਜਾਣਾ ਸਾਡੇ ਪਿੰਡ, ਮੈਂ ਤਾਂ ਦੀਵਾਨ ਲਾਣਾ। ਇੱਥੇ ਕਿਹੜਾ ਤੁਹਾਨੂੰ ਮੈਂ ਕਿਹਾ ਸੀ ਵੀ ਕੀਰਤਨ ਕਰਾਂਗੇ ਆਪਾਂ ਜਾਵਾਂਗੇ। ਮੈਂ ਤਾਂ ਦੀਵਾਨ ਲਾਣਾ ਜਾ ਕੇ ਸਾਡੇ ਪਿੰਡ ਲਲੌਡੇ। ਕਹਿੰਦੇ ਤੁਸੀਂ ਤਾਂ ਝੂਠ ਬੋਲਦੇ ਹੋ ਜੀ। ਪਰ ਆ ਲੱਗ ਗਿਆ ਦੀਵਾਨ, ਦੇਖ ਲਓ। ਜਿਵੇਂ ਮਹਾਰਾਜ ਜੀ ਨੂੰ ਪਾਉਂਦਾ, ਜਿਵੇਂ ਸਤਿਗੁਰੂ ਜੀ ਨੂੰ ਪਾਉਂਦਾ, ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ, ਕੁਦਰਤ ਕਾਵਣ ਹਮਾਰੀ। ਸੋ ਜਿਵੇਂ ਜਿਵੇਂ ਸਤਿਗੁਰੂ ਜੀ ਬੁਲਾਉਂਦੇ ਨੇ ਤਿਵੇਂ ਤਿਵੇਂ ਬੋਲਿਆ ਜਾਂਦਾ। ਆਓ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਕੋਲੋਂ, ਕਥਾ ਕੀਰਤਨ ਕਰਦਿਆਂ ਕੋਲੋਂ ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾ ਹੋ ਜਾਂਦੀਆਂ ਨੇ। ਸੰਗਤਾਂ ਸਤਿਗੁਰੂ ਜੀ ਬਖਸ਼ਣਹਾਰ ਹਨ। ਸਾਰੇ ਹੀ ਨੌਜਵਾਨਾਂ ਵੀਰਾਂ ਦਾ, ਸਾਰੇ ਹੀ ਨੌਜਵਾਨਾਂ ਵੀਰਾਂ ਦਾ, ਨੌਜਵਾਨਾਂ ਭੈਣਾਂ ਦਾ, ਮਾਤਾਵਾਂ ਦਾ, ਬੱਚਿਆਂ ਬਜ਼ੁਰਗਾਂ ਦਾ, ਸਾਰਿਆਂ ਦਾ ਬਹੁਤ 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 ਧੰਨਵਾਦ। ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀਓ, ਆਪ ਜੀ ਦਾ ਪ੍ਰਕਾਸ਼ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਵੱਲੋਂ ਲੱਖ 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 ਮੁਬਾਰਕਾਂ ਹੋਣ, ਵਧਾਈਆਂ ਹੋਣ ਆਪ ਜੀ ਦੇ ਅਵਤਾਰ ਦਿਹਾੜੇ ਦੀਆਂ। ਸੋ ਆਓ ਆਪਣੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਸਤਨਾਮ ਸਿੰਘ ਜੀ, ਜੋ ਦਾਸ ਦਾ ਬੜੇ ਲੰਮੇ ਸਮੇਂ ਤੋਂ ਪਿਆਰਾ, ਸੋ ਇਹਨਾਂ ਨੂੰ ਬੇਨਤੀ ਕੀਤੀ ਵੀ ਕੀਰਤਨ ਕਰਨਾ। ਇਹ ਵੀ ਆਪਣਾ ਨੀਂਦਰਾ ਦਾ ਤਿਆਗ ਕਰਦੇ ਹੋਏ, ਬੇਨਤੀ ਨੂੰ ਮੰਨਦੇ ਹੋਏ ਬਾਬਾ ਸਤਨਾਮ ਸਿੰਘ ਜੀ ਪਹੁੰਚੇ ਨੇ। ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਆਓ ਇੱਕ ਸ਼ਬਦ ਪੜ੍ਹ ਕੇ ਫਿਰ ਅਰਦਾਸ, ਹੁਕਮਨਾਮਾ ਵਾਹਿਗੁਰੂ ਅਰਦਾਸ ਕਰਨੀ ਆ। ਫਿਰ ਆਪਾਂ ਨੇ ਲੰਗਰ ਪਾਣੀ ਦਾ ਤਕਰੀਬਨ ਸਾਰਿਆਂ ਨੇ ਛਕੀ ਹੋਇਆ। ਫਿਰ ਆਪੋ ਆਪਣੇ ਕਾਰੋ ਵਿਹਾਰ ਕਰਨੇ ਨੇ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ।
ਆਓ ਸਾਰੇ ਸ਼ਬਦ ਵਿੱਚ ਲਾਟ ਸ਼ਬਦ ਹੈ। ਜੇ ਤੁਸੀਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਖੁਸ਼ੀਆਂ ਲੈਣੀਆਂ ਨੇ ਨਾ, ਫਿਰ ਕੀ ਕਰਨਾ ਪਵੇਗਾ? ਆ ਸ਼ਬਦ ਸੁਣ ਲਓ। ਜੇ ਭਗਤ ਰਵਿਦਾਸ ਮਹਾਰਾਜ ਜੀ ਦੀਆਂ ਖੁਸ਼ੀਆਂ, ਜੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਖੁਸ਼ੀਆਂ ਲੈਣੀਆਂ ਨੇ ਤਾਂ ਆਹ ਸ਼ਬਦ ਤੇ ਆਸਰ ਕਰ ਲਿਓ, ਆਹ ਸ਼ਬਦ ਨੂੰ ਮੰਨ ਲਿਓ ਗੁਰਮੁਖ ਪਿਆਰਿਓ। ਆਓ ਪੜੋ ਸਾਰੇ। ਓ ਪਿਤਾ ਦਸ਼ਮੇਸ਼ ਦੀਆਂ ਖੁਸ਼ੀਆਂ ਜੇ ਲੈਣੀਆਂ, ਖੁਸ਼ੀਆਂ ਜੇ ਲੈਣੀਆਂ, ਠੰਡੇ ਵਾਲਾ ਅੰਮ੍ਰਿਤ ਦੀ ਸੰਗਤ, ਠੰਡੇ ਵਾਲਾ ਅੰਮ੍ਰਿਤ ਪੀ। ਪਿਤਾ ਦਸ਼ਮੇਸ਼ ਦੀਆਂ ਖੁਸ਼ੀਆਂ ਜੇ ਲੈਣੀਆਂ, ਖੁਸ਼ੀਆਂ ਜੇ ਲੈਣੀਆਂ, ਠੰਡੇ ਵਾਲਾ ਪਿਤਾ ਦਸ਼ਮੇਸ਼ ਦੀਆਂ ਖੁਸ਼ੀਆਂ ਅੱਜ ਲੈਣੀਆਂ, ਖੁਸ਼ੀਆਂ ਅੱਜ ਲੈਣੀਆਂ, ਠੰਡੇ ਵਾਲਾ ਅੰਮ੍ਰਿਤ ਦੀ ਸੰਗਤ, ਠੰਡੇ ਵਾਲਾ ਅੰਮ੍ਰਿਤ ਪੀ। ਪਿਤਾ ਦਸ਼ਮੇਸ਼ ਦੀਆਂ ਸਾਰੇ ਬੋਲੋ ਗੱਜ ਕੇ ਖੁਸ਼ੀਆਂ ਜੇ ਜਨਮ ਨਾਦੇਪੁਰ ਡੇਰਾ, ਨਾਦੇਪੁਰ ਡੇਰਾ, ਜਨਮ ਗੁਰਾਂ ਦਾ ਪਟਨੇ ਸਾਹਿਬ ਦਾ, ਪਟਨੇ ਸਾਹਿਬ ਦਾ। ਨਾਦੇਪੁਰ ਡੇਰਾ, ਦੋ ਸਾਹਿਬਜ਼ਾਦੇ ਚਮਕੌਰ ਵੱਲ ਤੋਰੇ, ਚਮਕੌਰ ਵੱਲ ਤੋਰੇ, ਦੋ ਸਰਹੰਦ ਵਾਲੀ ਜੀ ਸੰਗਤ, ਦੋ ਸਰਹੰਦ ਵਾਲੀ ਨੀ। ਦੋ ਸਾਹਿਬਜ਼ਾਦੇ ਚਮਕੌਰ ਵੱਲ ਤੋਰੇ, ਚਮਕੌਰ ਵੱਲ ਤੋਰੇ, ਦੋ ਸਰਹੰਦ ਵਾਲੀ ਦੀ ਸੰਗਤ, ਦੋ ਸਰਹੰਦ ਵਾਲੀ ਦੀ। ਪਿਤਾ ਗੁਰਾਂ ਦੇ ਤੇਗ ਬਹਾਦਰ, ਤੇਗ ਬਹਾਦਰ, ਮਾਤਾ ਗੁਜਰੀ ਦੀ ਸੰਗਤ, ਮਾਤਾ ਗੁਜਰੀ ਸੀ। ਪਿਤਾ ਗੁਰਾਂ ਦੇ ਤੇਗ ਬਹਾਦਰ, ਤੇਗ ਬਹਾਦਰ, ਮਾਤਾ ਗੁਜਰੀ ਸੀ ਸੰਗਤ, ਮਾਤਾ ਗੁਜਰੀ ਸੀ। ਪਿਤਾ ਗੁਰਾਂ ਦੇ ਤੇਗ ਬਹਾਦਰ, ਤੇਗ ਬਹਾਦਰ, ਮਾਤਾ ਗੁਜਰੀ ਦੀ ਸੰਗਤ,
ਹੇਠ ਗੁਰਾਂ ਦੇ ਨੀਲਾ ਕੋੜਾ, ਨੀਲਾ ਕੋੜਾ, ਹੱਥ ਵਿੱਚ ਬਾਜ ਸੀ ਜੀ ਸੰਗ ਤੇ, ਹੱਥ ਵਿੱਚ ਬਾਜ ਸੀ। ਹੇਠ ਗੁਰਾਂ ਦੇ ਨੀਲਾ ਕੋੜਾ, ਨੀਲਾ ਕੋੜਾ ਹੱਥ ਵਿੱਚ ਬਾਜ ਸੀ, ਹੱਥ ਵਿੱਚ ਬਾਜ ਜਨਮ ਗੁਰਾਂ ਦਾ ਪਟਨੇ ਸਾਹਿਬ ਦਾ, ਪਟਨੇ ਸਾਹਿਬ ਦਾ ਆਨੰਦਪੁਰ ਡੇਰਾ ਸੀ ਜੀ ਸੰਗ ਤੇ, ਆਨੰਦਪੁਰ ਡੇਰਾ ਸੀ। ਜਨਮ ਗੁਰਾਂ ਦਾ ਪਟਨੇ ਸਾਹਿਬ ਦਾ, ਪਟਨੇ ਸਾਹਿਬ ਦਾ ਆਨੰਦਪੁਰ ਡੇਰਾ, ਆਨੰਦਪੁਰ ਡੇਰਾ। ਦਸਵੇਂ ਪਿਤਾ ਦੀਆਂ ਖੁਸ਼ੀਆਂ ਅੱਜ ਲੈਣੀਆਂ, ਖੁਸ਼ੀਆਂ ਅੱਜ ਲੈਣੀਆਂ, ਠੰਡੇ ਵਾਲਾ ਅੰਮ੍ਰਿਤ ਜੀ ਸੰਗ ਤੇ, ਠੰਡੇ ਵਾਲਾ ਅੰਮ੍ਰਿਤ ਪੀ। ਦਸਵੇਂ ਪਿਤਾ ਦੀਆਂ ਖੁਸ਼ੀਆਂ ਅੱਜ ਖੰਡੇ ਵਾਲਾ ਅੰਮ੍ਰਿਤ, ਖੰਡੇ ਵਾਲਾ ਅੰਮ੍ਰਿਤ ਆ ਸ਼ਬਦ ਤੇ ਆਸਰ ਕਰੋਗੇ। ਫਿਰ ਗੁਰਮੁਖ ਪਿਆਰਿਓ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਖੁਸ਼ੀਆਂ ਖੁਸ਼ੀਆਂ ਮਿਲ ਜਾਣਗੀਆਂ। ਆਖੋ ਸਤਨਾਮ। ਜੁੜ ਕੇ ਦੇਖੋ ਗੁਰਮੁਖ ਪਿਆਰਿਓ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ। ਮੈਂ ਤਾਂ ਜੁੜਿਆ ਵੀ ਮੈਨੂੰ ਤਾਂ ਨਜ਼ਾਰਾ ਲਿਆ ਦਿੱਤਾ। ਦੇਖੋ ਲੱਖਾਂ ਰੁਪਏ ਦੀਆਂ ਗੱਡੀਆਂ ਹੈਗੀਆਂ ਨੇ ਕਿ ਨਹੀਂ ਲਵੇ, ਕਿਧਰੇ ਬੋਲਟ, ਕਿਧਰੇ ਹੋਂਡਾ ਸਿਟੀ, ਕਿਧਰੇ ਵੱਡੀ ਗੱਡੀ। ਇਹ ਕਾਹਦੀ ਕਿਰਪਾ? ਇਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਆ। ਆਖੋ ਸਤਨਾਮ। ਉਹਨਾਂ ਦੇ ਚਰਨਾਂ ਨਾਲ ਜੁੜੇ ਹੋਏ ਮੇਰੇ ਕਿਹੜਾ ਚੱਕੀਆਂ ਚੱਲਦੀਆਂ ਨੇ ਜਾਂ ਮੇਰੇ ਕੋਲ ਕਿਹੜਾ ਬਹੁਤ ਵੱਡੀ ਜ਼ਮੀਨ ਆ। ਇਹ ਸਾਰੀ ਕਿਰਪਾ ਸਤਿਗੁਰੂ ਮਹਾਰਾਜ ਦੀ ਆ, ਉਹਦੀ ਕਿਰਪਾ ਨੇ ਇਸੇ ਤਰ੍ਹਾਂ ਵਰਤਦੀਆਂ ਰਹਿੰਦੀਆਂ ਨੇ। ਆਓ ਸਾਰਿਆਂ ਦਾ ਧੰਨਵਾਦ। ਆ ਸ਼ਬਦ ਲਾਸਟ ਕਰਿਓ ਪ੍ਰਵਾਨ ਇਹਨਾਂ ਸੇਵਕਾਂ ਦੀ ਸੇਵਾ, ਕਰਿਓ ਪ੍ਰਵਾਨ ਇਹਨਾਂ ਸੇਵਕਾਂ ਦੀ ਸੇਵਾ। ਸੇਵਕਾਂ ਦੀ ਸੇਵਾ ਕਰਿਓ ਪਰਵਾਨ ਨਾ ਸੇਵਾ, ਕਰਿਓ ਪਰਵਾਨ ਨਾ ਸੇਵਕਾਂ ਦੀ ਸੇਵਾ, ਕਰਿਓ ਪਰਵਾਨ ਨਾ ਕਰਿਓ ਪ੍ਰਵਾਨ ਇਹਨਾਂ ਸੇਵਕਾਂ ਦੀ ਸੇਵਾ, ਸੇਵਕਾਂ ਦੀ ਸੇਵਾ, ਕਰਿਓ ਪ੍ਰਵਾਨ ਇਹਨਾਂ ਸੇਵਕਾਂ ਦੀ ਸੇਵਾ। ਕਰਿਓ ਪਰਵਾਨ ਨਾ ਸੇਵਕਾਂ ਦੀ ਸੇਵਾ, ਕਰਿਓ ਪਰਵਾਨ ਨਾ ਸੇਵਕਾਂ ਦੀ ਸੇਵਾ, ਕਰਿਓ ਪਰਵਾਨ ਨਾ ਸੇਵਕਾਂ ਦੀ ਸੇਵਾ, ਕਰਿਓ ਪਰਵਾਨ ਨਾ ਸੇਵਕਾਂ ਦੀ ਸੇਵਾ। ਕਿਹੜੇ ਸੇਵਕਾਂ ਦੀ ਗੱਲ ਕਰ ਰਹੇ ਆ? ਕਿਹੜੇ ਸੇਵਕਾਂ ਦੀ ਗੱਲ ਕਰ ਰਿਹਾ? ਜਿਹੜੇ ਸਾਡੇ ਆ ਭੈਣ ਭਰਾ ਆ ਨੌਜਵਾਨ ਵੀਰ ਜਿਹੜੇ ਕਿੰਨੇ ਦਿਨਾਂ ਤੋਂ ਸੇਵਾ ਕਰਦੇ ਨੇ, ਇਹਨਾਂ ਦੀ ਗੱਲ ਕਰਦੇ ਆ ਆਪਾਂ।
ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ ਸਾਡੇ ਨੌਜਵਾਨਾਂ ਵੀਰਾਂ ਨੇ, ਸਾਡੀਆਂ ਨੌਜਵਾਨਾਂ ਭੈਣਾਂ ਨੇ, ਮਾਤਾਵਾਂ ਨੇ, ਬੱਚਿਆਂ ਬਜ਼ੁਰਗਾਂ ਨੇ ਸੇਵਾ ਕੀਤੀ ਆ, ਉਹਨਾਂ ਦੇ ਪਰਥਾਏ ਸ਼ਬਦ ਪੜ੍ਹਦੇ ਵੀ ਉਹਨਾਂ ਦੀ ਸੇਵਾ ਪ੍ਰਵਾਨ ਕਰ ਲਿਓ। ਸੇਵਕਾਂ ਦੀ ਸੇਵਾ, 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 ਸੇਵਕਾਂ ਦੀ ਸੇਵਾ। ਸਾਨੂੰ ਫਿਰ ਵੀ ਮਿਲੇ ਲੱਖ ਵਾਰੀ, ਐਸਾ ਸਮਾਂ ਫਿਰ ਵੀ ਮਿਲੇ ਸਾਨੂੰ, ਫਿਰ ਵੀ ਮਿਲੇ ਲੱਖ ਵਾਰੀ, ਐਸਾ ਸਮਾਂ ਫਿਰ ਵੀ ਮਿਲੇ। ਉਹ ਸਾਨੂੰ ਫੇਰ ਵੀ ਮਿਲੇ ਲੱਖ ਵਾਰ, ਉਹ ਐਸਾ ਸਮਾਂ ਫੇਰ ਸਾਨੂੰ ਫੇਰ ਵੀ ਮਿਲੇ। ਫੇਰ ਵੀ ਮਿਲੇ ਲੱਖ ਵਾਰ, ਐਸਾ ਸਮਾਂ ਫੇਰ ਉਹ ਫੇਰ ਵੀ ਮਿਲੇ ਲੱਖ ਵਾਰ, ਐਸਾ ਸਮਾਂ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ, ਉਹ ਦਿਵਸ ਰਾਤ ਤੋਏ ਦਾਈ ਦਾਇਆ ਖੇਲੇ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਜੇ ਧਰਮ ਹੈ ਦੂਰ, ਕਰਮਿਆਂ ਕੋ ਆਪਣੀ ਕਿਨੇ ਲੈ ਗਏ ਦੂਰ। ਜਿਨੀ ਨਾਮ ਤੇ ਆਇਆ ਗਏ ਮਸਾਕਤ ਕਾਲ, ਨਾਨਕ ਦੇ ਮੁਖ ਉਜਲੇ ਤੇ ਜੋਤੀ ਨਾਲ। ਜਿਨੀ ਨਾਮ ਤੇ ਆਇਆ ਗਏ ਮਸਾਕਤ ਕਾਲ, ਨਾਨਕ ਦੇ ਮੁਖ ਉਜਲੇ ਤੇ ਜੋਤੀ ਨਾਲ। ਜਿਨੀ ਨਾਮ ਤੇ ਆਇਆ ਗਏ ਮਸਾਕਤ ਕਾਲ, ਨਾਨਕ ਦੇ ਮੁਖ ਉਜਲੇ ਤੇ ਜੋਤੀ ਨਾਲ। ਜਿਨੀ ਨਾਮ ਤੇ ਆਇਆ ਗਏ ਮਸਾਕਤ ਕਾਲ। ਨਾਨਕ ਦੇ ਮੁਖ ਉਜਲੇ ਤੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਬੋਲੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਬੋਲੇ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ